ਮੈਨੂੰ ਲੱਗਦਾ ਸੀ ਕਿ ਚੀਫ ਮਿਨਿਸਟਰ ਸਾਹਿਬ ਇਹਦੇ ਤੇ ਤੁਰੰਤ ਕੈਬਨਿਟ ਸੱਦਣਗੇ ਸ਼ਾਇਦ। और मंत्री मंडल की मीटिंग सद के भी सारी ब्यूरोक्रेसी तो काम छड्डी बैठी है, कोई कैबिनेट कोई चारा करे। उन्होंने लिखा है कि चीफ मिनिस्टर साहब दे नाल जदों सीनियर IAS अफसर मिल रहे सन तां कुछ IAS अफसर इन्ने भावुक हो गए कि जार जार रोण लग पे। मैं होर भी डिटेल पढ़नी चाहता सी कि उन्हां दे हंझू फिर CM साहब ने पूंजे कि उन्होंने अपनी आस्तीन नाल पूंज लए कि बाहर जाके मुंह धो के आए। पर जे स्टेट दे सीनियर ब्यूरोक्रेट जार जार रो रहे ने ਤਾਂ ਸਾਨੂੰ ਉਹਨਾਂ ਦੇ ਦੁੱਖ ਨੂੰ ਸਮਝਣ ਲਈ ਥੋੜਾ ਜਿਹਾ ਹੋਰ ਤਰੱਦਦ ਕਰਨਾ ਚਾਹੀਦਾ। ਇੱਕ ਗੱਲ ਹੋਈ ਸੀ ਪਹਿਲਾਂ, ਤੁਸੀਂ ਸ਼ਾਇਦ ਉਸ ਪ੍ਰੈਸ ਕਾਨਫਰੰਸ 'ਚ ਉਦੋਂ ਸੀਗੇ ਜਾਂ ਨਹੀਂ, ਬਾਦਲ ਸਾਹਿਬ ਦੀ ਪ੍ਰੈਸ ਕਾਨਫਰੰਸ ਜੀ, ਉਦੋਂ ਦੇ ਪ੍ਰਿੰਸੀਪਲ ਸੈਕਟਰੀ ਨੇ ਕਹਿਤਾ ਜੀ ਇਹ ਮਾਮਲਾ, ਮੈਂ ਇੱਕ ਸਵਾਲ ਕੀਤਾ ਸੀ, ਉਹ ਕਹਿੰਦੇ ਜੀ ਇਹ ਤਾਂ ਹੋ ਚੁੱਕਾ ਜੀ ਫਾਈਲ। ਮੇਰੇ ਮੂੰਹ ਮੁੜ ਕੇ ਨਿਕਲਿਆ ਜੀ ਮੈਂ ਪੱਤਰਕਾਰੀ ਛੱਡ ਦੂੰਗਾ, ਨਹੀਂ ਅੱਜ ਹੁਣ ਤੱਕ ਫਾਈਲ ਤੇ ਦਸਤਖਤ ਨਹੀਂ ਹੋਏ, ਤੁਹਾਡੇ ਸਾਹਮਣੇ ਮੈਂ ਦਾਅਵਾ ਕਰਦਾ। ਮੇਰੇ ਕੋਲੋਂ ਕਿਸੇ ਕਹਾਣੀਆਂ ਪੜ੍ਹੇ ਨੇ ਜਦੋਂ ਤੁਸੀਂ ਵੱਖ-ਵੱਖ ਮੁੱਖ ਮੰਤਰੀਆਂ ਨੂੰ ਬੜਾ ਜਿੱਚ ਕੀਤਾ ਪ੍ਰੈਸ ਕਾਨਫਰੰਸਾਂ ਦੇ ਵਿੱਚ ਤੇ ਉਹਨਾਂ ਲਈ ਬੜੀਆਂ ਐਂਬੈਰਸਿੰਗ ਸਥਿਤੀਆਂ ਖੜੀਆਂ ਕੀਤੀਆਂ ਨੇ। ਮੈਨੂੰ ਅੱਜ ਵੀ ਯਾਦ ਹੈ ਚੀਫ ਮਿਨਿਸਟਰ ਉਸ ਵੇਲੇ ਦੇ ਕੈਪਟਨ ਅਮਰਿੰਦਰ ਸਿੰਘ ਦਾ ਉਹ ਚਿਹਰਾ, ਜਿਸ ਵੇਲੇ ਉਹਨਾਂ ਨੇ ਤੁਹਾਨੂੰ ਪੁੱਛਿਆ, ਤੁਸੀਂ ਉਹਨਾਂ ਨੂੰ ਸਵਾਲ ਪੁੱਛਿਆ ਤੇ ਤੁਸੀਂ ਕਿਹਾ ਤੁਹਾਡੇ ਮੈਨੀਫੈਸਟੋ 'ਚ ਲਿਖਿਆ, ਉਹਨਾਂ ਨੇ ਕਿਹਾ ਸਾਡੇ ਮੈਨੀਫੈਸਟੋ 'ਚ ਨਹੀਂ ਲਿਖਿਆ। ਤੁਸੀਂ ਕਿਹਾ ਜੀ ਲਿਖਿਆ, ਉਹਨਾਂ ਨੇ ਕਿਹਾ ਜੀ ਤੁਸੀਂ ਮੈਨੀਫੈਸਟੋ ਪੜ੍ਹਿਆ, ਮੈਨੂੰ ਤੁਹਾਡਾ ਜਵਾਬ ਹੀ ਨਹੀਂ ਭੁੱਲਦਾ। ਤੁਸੀਂ ਕਿਹਾ ਜੀ ਬਾਹਰ ਸਕੂਟਰ ਦੀ ਡਿੱਕੀ 'ਚ ਪਿਆ ਲਿਆਵਾਂ। ਮੈਨੂੰ ਲੱਗਦਾ ਹੈ ਉਹ ਚੀਫ ਮਿਨਿਸਟਰ ਲਈ ਮੋਸਟ ਐਂਬੈਰਸਿੰਗ ਮੂਮੈਂਟ ਸੀ। ਵੋਹਰਾ ਕਮੇਟੀ ਦੀ ਰਿਪੋਰਟ ਸੀ 1993 ਦੇ ਵਿੱਚ, ਉਹ ਅਜੇ ਵੀ ਪਈ ਹੈ। ਵੋਹਰਾ ਕਮੇਟੀ ਇਸ ਦੇਸ਼ ਦਾ ਉਹ ਇੱਕ ਮਾਤਰ ਸੰਗਠਨ ਸੀ ਜਿਨੇ ਕ੍ਰਿਮੀਨਲਸ, ਅਪਰਾਧੀਆਂ, ਬਿਊਰੋਕਰੇਟਾਂ ਤੇ ਪੋਲੀਟੀਸ਼ੀਅਨਾਂ ਤੇ ਪੁਲਿਸ ਦੇ ਵਿਚਕਾਰ ਨੈਕਸਸ ਬਾਰੇ ਜਾਂਚ ਕਰਨੀ ਸੀ। ਉਹਨਾਂ ਨੇ ਕਿਹਾ ਕਿ ਇਹ ਸਾਰੇ ਆਪਸ ਵਿੱਚ ਰਲੇ ਹੋਏ ਨੇ, ਢਾਂਚਾ ਢਹਿ ਢੇਰੀ ਹੋ ਚੁੱਕਾ ਹੈ ਤੇ ਚੋਰਾਂ ਦੀ ਬਾਰਾਤ ਜਿਹੜੀ ਹੈ ਉਹ ਢੁਕੀ ਹੋਈ ਹੈ। ਗਵਰਨਰ ਵਾਲੇ ਮਾਮਲੇ ਦੇ ਵਿੱਚ ਕੀ ਹੋਇਆ ਸੀ, ਗਵਰਨਰ CM ਸਾਹਿਬ ਨੇ ਜਿਸ ਤੁਰਤ ਫੁਰਤੀ ਨਾਲ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਤੇ ਗਵਰਨਰ ਸਾਹਿਬ ਨੇ ਅੱਗੋਂ ਲਿਖਿਆ ਕਿ ਤੁਹਾਡੇ ਅਸੀਂ CS ਨੂੰ ਬੁਲਾਇਆ ਸੀ, ਚੀਫ ਸੈਕਟਰੀ ਨੂੰ ਬੁਲਾਇਆ ਸੀ, ਉਸ ਨੂੰ ਅਸੀਂ ਇਹ ਗੱਲਾਂ ਕਹੀਆਂ ਸੀ, ਉਸ ਨੂੰ ਚੰਡੀਗੜ੍ਹ ਦੇ ਉਸ ਵੇਲੇ ਦੇ SSP ਕੁਲਦੀਪ ਚਾਹਲ ਬਾਰੇ ਮੈਂ ਇਹ ਕਿਹਾ ਸੀ, ਉਹਦੇ ਬਾਰੇ ਚੀਫ ਮਿਨਿਸਟਰ ਨੂੰ ਅਪੈਰੈਂਟਲੀ ਕਿਸੇ ਨੇ ਇਨਫੋਰਮ ਨਹੀਂ ਸੀ ਕੀਤਾ ਹੋਇਆ। ਉਸ ਚਿੱਠੀ ਤੋਂ ਜ਼ਾਹਿਰ ਸੀ। ਤੁਸੀਂ ਇਹ ਦੇਖੋ ਕਿ ਪਹਿਲੀ ਗੱਲ ਇਹ ਧਿਆਨ ਰੱਖਣਾ ਚਾਹੀਦਾ ਕਿ ਜਿਸ ਵੇਲੇ ਗਵਰਨਰ ਸਾਹਿਬ ਨੇ ਟੈਲੀਫੋਨ ਚੁੱਕ ਕੇ ਚੀਫ ਸੈਕਟਰੀ ਨੂੰ ਟੈਲੀਫੋਨ ਕੀਤਾ ਸੀ ਤੇ ਉਸ ਨੂੰ ਬੁਲਾਇਆ ਸੀ, ਸੰਵਿਧਾਨ ਉਸ ਵੇਲੇ ਟੁੱਟ ਚੁੱਕਾ ਸੀ। ਇਹ ਕੋਈ ਤਰੀਕਾ ਨਹੀਂ ਹੈ ਕਿ ਗਵਰਨਰ ਇਸ ਤਰੀਕੇ ਨਾਲ CS ਨੂੰ ਸਮਨ ਕਰ ਸਕਦਾ। ਰੂਲਸ ਆਫ ਬਿਜ਼ਨਸ ਨੇ ਸਰਕਾਰਾਂ ਦੇ, ਸੰਵਿਧਾਨ ਦਾ ਇੱਕ ਨਿਯਮ ਹੈ। ਜਿਸ ਵੇਲੇ ਚੀਫ ਮਿਨਿਸਟਰ ਚਿੱਠੀ ਲਿਖਦੇ ਨੇ ਤੇ ਚੀਫ ਸੈਕਟਰੀ ਉਹਦੇ ਤੋਂ ਅਨਭਿੱਜ ਰਹਿੰਦੇ ਨੇ ਤਾਂ ਸੰਵਿਧਾਨਿਕ ਪ੍ਰੋਟੋਕੋਲ ਟੁੱਟ ਚੁੱਕਾ ਹੋਇਆ। SP ਜੀ ਪੰਜਾਬ ਦੇ ਵਿੱਚ ਲਗਭਗ ਸਰਕਾਰ ਜਿਹੜੀ ਖਾਸ ਤੌਰ ਤੇ ਜਿਹਨੂੰ ਆਪਾਂ ਪਰਮਾਨੈਂਟ ਗਵਰਨਮੈਂਟ ਕਹਿੰਦੇ ਆ ਜੀ, ਉਹ ਹੜਤਾਲ ਵਰਗੀ ਸਥਿਤੀ ਦੇ ਵਿੱਚ ਹੈ। PCS ਅਫਸਰ 5 ਦਿਨ ਦੀ ਮਾਸ ਲੀਵ ਤੇ ਚਲੇ ਗਏ, ਰੈਵਨਿਊ ਅਫਸਰ ਵੀ ਨੇ, IAS ਅਫਸਰਾਂ ਦਾ ਵੀ ਵੱਡਾ ਜਥਾ, ਕੋਈ 80 ਕਹਿੰਦਾ, ਕੋਈ 70 ਕਹਿੰਦਾ, ਲਗਭਗ ਚੀਫ ਮਿਨਿਸਟਰ ਨੂੰ ਮਿਲਦੇ ਨੇ, ਚੀਫ ਸੈਕਟਰੀ ਨੂੰ ਮਿਲਦੇ ਨੇ, ਪ੍ਰਿੰਸੀਪਲ ਸੈਕਟਰੀ ਟੂ ਚੀਫ ਮਿਨਿਸਟਰ ਨੂੰ ਮਿਲਦੇ ਨੇ। ਕਹਿੰਦੇ ਨੇ ਕੁਝ ਨੇ ਤਾਂ ਇੱਥੋਂ ਤੱਕ ਚਲੇ ਗਏ ਵੀ ਅਸੀਂ ਤਾਂ ਅਸਤੀਫਾ ਵੀ ਦੇ ਦਾਂਗੇ ਜੇਕਰ ਸਾਡੀ ਗੱਲ ਨਾ ਹੋਈ। ਮਾਮਲਾ ਕੀ ਹੈ? ਮਾਮਲਾ ਹੈ ਕਰਪਸ਼ਨ ਦੇ 2 ਕੇਸਾਂ ਦਾ, ਇੱਕ PCS ਅਫਸਰ ਦੇ ਖਿਲਾਫ ਤੇ ਇੱਕ ਬਿਜ਼ਨਸ ਨੇ ਕੀਤਾ, ਨੀਲਮਾ IAS ਅਫਸਰ ਨੇ, ਉਹਨਾਂ ਦੇ ਖਿਲਾਫ ਮਾਮਲੇ 'ਚ ਉਹ ਸ਼ਕਤੇ 'ਚ ਨੇ ਅਫਸਰ। ਪਰ ਇੰਨੀ ਗੱਲ ਨਾਲ ਤਾਂ ਨਹੀਂ ਲੱਗਦਾ ਹੁੰਦਾ ਕਿ ਇੱਕ ਕੇਸ ਇਹੋ ਜਿਹਾ ਹੁੰਦਾ ਤੇ ਐਡਾ ਵੱਡਾ ਵਾਲ ਆ ਜਾਂਦਾ ਹੈ, ਇੰਨੀ ਬਿਊਰੋਕਰੇਸੀ ਜ਼ਿਆਦਾ ਸੜਕ ਤੇ ਆ ਜਾਂਦੀ ਹੈ। ਤਾਂ ਉਹਦੇ 'ਚੋਂ ਕੁਝ ਗੱਲਾਂ ਇਹੋ ਜਿਹੀਆਂ ਤਲਾਸ਼ੀਆਂ ਜਾ ਰਹੀਆਂ ਨੇ ਕਿ 9-10 ਮਹੀਨਿਆਂ ਦੇ ਵਿੱਚ ਗਵਰਨਮੈਂਟ ਦਾ ਜਾਂ ਪੋਲੀਟੀਕਲ ਐਗਜੈਕਟਿਵ ਦਾ ਤੇ ਬਿਊਰੋਕਰੇਸੀ ਦਾ ਕੋਈ ਤਾਲਮੇਲ, ਕੋਈ ਰਾਬਤਾ ਬਣਿਆ ਨਜ਼ਰ ਨਹੀਂ ਆ ਰਿਹਾ। ਕਿਤੇ ਨਾ ਕਿਤੇ ਉਹ ਡਿਸਕਨੈਕਟ ਨਜ਼ਰ ਆ ਰਿਹਾ ਹੈ ਜਿਹੜੇ ਫੈਸਲਿਆਂ ਦੇ ਵਿੱਚ ਵੀ। ਜਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸਲ ਦੇ ਵਿੱਚ ਯੂਨਿਟੀ ਆਫ ਕਮਾਂਡ ਹੈ ਨਹੀਂ, ਕੋਈ ਕਿਹਦੇ ਕੋਲ ਜਾਵੇ, ਕੌਣ ਕਿਹਨੂੰ ਦੱਸੇ। ਚੀਫ ਮਿਨਿਸਟਰ ਨੇ ਕੱਲ ਇੱਕ ਲਿਖਿਆ ਨੋਟ ਜਿਹੜਾ ਚੀਫ ਸੈਕਟਰੀ ਨੂੰ ਭੇਜਿਆ। ਚੀਫ ਮਿਨਿਸਟਰ ਇਹ ਕਹਿ ਰਿਹਾ ਕਿ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਕੋਈ ਇਹੋ ਜਿਹੀ ਕੋਈ ਗੱਲ ਹੈ ਤੇ ਜੇ ਚੀਫ ਮਿਨਿਸਟਰ ਨੂੰ ਹੁਣ ਪਤਾ ਲੱਗਿਆ ਤਾਂ ਚੀਫ ਮਿਨਿਸਟਰ ਨੂੰ ਬਰੀਫ ਕਰਨ ਵਾਲੇ ਬੰਦੇ ਕਿੱਥੇ ਨੇ ਜਿਹੜੇ ਇਹ ਕਹਿੰਦੇ ਹੋਣਗੇ ਵੀ ਇੰਨਾ ਰੌਲਾ ਚੱਲ ਰਿਹਾ। ਮੇਰੀ ਅੰਡਰਸਟੈਂਡਿੰਗ ਹੈ ਕਿ ਸ਼ਾਇਦ CM ਸਾਹਿਬ ਨੇ ਚੀਫ ਸੈਕਟਰੀ ਨੂੰ ਇਹ ਵੀ ਕਿਹਾ ਕਿ ਪਤਾ ਕਰਕੇ ਦੱਸੋ ਕਿ ਕੀ ਵਿਜੀਲੈਂਸ ਬਿਊਰੋ ਨੇ ਜਿਸ ਵੇਲੇ ਅਰੈਸਟ ਕੀਤੇ ਨੇ ਲੋਕ ਤਾਂ ਜਿਹੜੀਆਂ ਰਿਕੁਆਇਰਡ ਪਰਮਿਸ਼ਨ ਸੀਗੀਆਂ ਉਹ ਲਈਆਂ ਗਈਆਂ ਨੇ ਜਾਂ ਨਹੀਂ ਲਈਆਂ ਗਈਆਂ ਨੇ। ਮੈਂ ਮੰਨ ਕੇ ਚੱਲ ਰਿਹਾ ਕਿ ਚੀਫ ਸੈਕਟਰੀ ਸਾਹਿਬ ਨੇ ਕਿਹਾ ਹੋਏਗਾ ਕਿ ਜੀ ਜਨਾਬ ਮੈਂ ਬਿਲਕੁਲ ਤੁਹਾਡੇ ਹੁਕਮ ਅਨੁਸਾਰ ਪਤਾ ਕਰਕੇ ਦੱਸਦਾ ਹਾਂ। ਇਹ ਥੋੜੀ ਜਿਹੀ ਅਸਮੰਜਸ ਵਾਲੀ ਗੱਲ ਹੈ ਕਿ ਚੀਫ ਸੈਕਟਰੀ ਸਾਹਿਬ ਨੇ ਇਹ ਕਿਉਂ ਨਹੀਂ ਦੱਸਿਆ ਕਿ ਪਰਮਿਸ਼ਨਾਂ ਲਈਆਂ ਗਈਆਂ ਨੇ, ਕਿਉਂ ਨਹੀਂ ਲਈਆਂ ਗਈਆਂ? ਕਿਉਂਕਿ ਪਰਮਿਸ਼ਨਸ ਤਾਂ ਚੀਫ ਸੈਕਟਰੀ ਸਾਹਿਬ ਨੇ ਦੇਣੀ ਸੀ। ਉਹਨਾਂ ਨੇ ਘਰ ਜਾ ਕੇ ਸ਼ੀਸ਼ੇ ਸਾਹਮਣੇ ਖੜਾ ਹੋ ਕੇ ਆਪਣੇ ਆਪ ਨੂੰ ਪੁੱਛਣਾ ਕਿ ਮੈਂ ਪਰਮਿਸ਼ਨ ਦਿੱਤੀ ਸੀ ਕਿ ਨਹੀਂ ਦਿੱਤੀ। ਸੈਕਟਰੀ ਵਿਜੀਲੈਂਸ ਵੀ ਨੇ, ਉਹ ਸੈਕਟਰੀ ਵਿਜੀਲੈਂਸ ਵੀ ਖੁਦ ਨੇ। ਸੋ ਇਹ ਕਾਫੀ ਇੰਟਰਸਟਿੰਗ ਮਾਮਲਾ ਹੈ। ਜਿਹੜੀ ਤੁਸੀਂ ਤਾਲਮੇਲ ਦੀ ਗੱਲ ਕੀਤੀ ਹੈ ਬਿਊਰੋਕਰੇਸੀ ਤੇ ਐਗਜ਼ੈਕਟਿਵ ਦੇ ਵਿਚਕਾਰ ਇਸ ਵੇਲੇ,
ਕਿਸੇ ਹੱਦ ਤੱਕ ਕੁਝ ਚੀਜ਼ਾਂ ਸਮਝ ਵਿੱਚ ਆਉਂਦੀਆਂ ਨੇ ਕਿਉਂਕਿ ਸਰਕਾਰ ਨਵੀਂ ਆਈ ਹੈ ਔਰ ਇਹ ਲਾਰਜਲੀ ਉਹਨਾਂ ਲੋਕਾਂ ਦੀ ਕੰਪਰਾਈਜ਼ਡ ਸਰਕਾਰ ਹੈ ਜਿਨ੍ਹਾਂ ਦਾ ਪਹਿਲਾਂ ਸਰਕਾਰ ਦੇ ਵਿੱਚ ਕੋਈ ਤਜਰਬਾ ਨਹੀਂ ਹੈ। ਇਹ ਗੱਲ ਉਹਨਾਂ ਦੇ ਵਿਰੁੱਧ ਅਕਸਰ ਭੁਗਤਦੀ ਆ। ਆਮ ਪਬਲਿਕ ਨੈਰੇਟਿਵ ਵਿੱਚ ਕਹਿੰਦੇ ਨੇ ਜੀ ਇਹਨਾਂ ਨੂੰ ਪਤਾ ਨਹੀਂ ਸਰਕਾਰ ਕਿਵੇਂ ਚਲਾਉਣੀ ਆ। ਅਕਾਲੀਆਂ ਨੂੰ ਵੀ ਹੁੰਦਾ ਕਿ ਜੀ ਇਹ ਕਿੱਥੋਂ ਆ ਗਏ, ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸਰਕਾਰ ਕਿਵੇਂ ਚਲਾਉਣੀ ਹੈ। ਉਹ ਭਾਈ ਅਕਾਲੀਓ ਕਾਂਗਰਸੀਓ, ਜਿਸ ਤਰ੍ਹਾਂ ਦੀਆਂ ਤੁਹਾਨੂੰ ਚਲਾਉਣੀਆਂ ਆਉਂਦੀਆਂ ਸਨ ਉਸੇ ਤੋਂ ਦੁਖੀ ਹੋ ਕੇ ਲੋਕਾਂ ਨੇ ਇਹਨਾਂ ਨੂੰ ਲਿਆਂਦਾ। ਸੋ ਕੁਝ ਮਾਰਜਨ ਲੋਕ ਇਹਨਾਂ ਨੂੰ ਇਹ ਸਭ ਗੱਲਾਂ ਦੇ ਬਾਵਜੂਦ ਵੀ ਦੇਣਗੇ। ਜਦੋਂ ਨਵੇਂ ਲੋਕ ਸਰਕਾਰ ਵਿੱਚ ਆਉਂਦੇ ਨੇ ਇਟਸ ਅ ਲਰਨਿੰਗ ਕਰਵ। ਤੁਸੀਂ ਆਹਿਸਤਾ ਸਿੱਖਦੇ ਹੋ ਸਰਕਾਰਾਂ ਕਿਵੇਂ ਚਲਾਉਣੀਆਂ ਨੇ, ਇਹ ਵੀ ਪੇਚੀਦਗੀਆਂ ਕਿੱਥੇ ਨੇ, ਇਹ ਵੀ ਕਿਹਦੀਆਂ ਗੁੱਟਬੰਦੀਆਂ ਕਿਹਨਾਂ ਨਾਲ ਹੋਈਆਂ ਨੇ, ਕਿਹਨਾਂ ਦੇ ਮੁਫਾਦ ਕਿਹਨਾਂ ਦੇ ਨਾਲ ਰਲੇ ਹੋਏ ਨੇ, ਇਹ ਸਭ ਵੀ ਜਦੋਂ ਇਹਨਾਂ ਨੂੰ ਵੀ ਉਸ ਤਰੀਕੇ ਨਾਲ ਸਰਕਾਰਾਂ ਚਲਾਉਣੀਆਂ ਆ ਜਾਣਗੀਆਂ ਜਦੋਂ ਪਹਿਲਾਂ ਵਾਲੀਆਂ ਨੇ ਚਲਾਈਆਂ ਨੇ ਤਾਂ ਫਿਰ ਲੋਕਾਂ ਨੂੰ ਕੁਝ ਹੋਰ ਵੀ ਸੋਚਣਾ ਪਵੇਗਾ। ਹੁਣ ਦੋ ਚੀਜ਼ਾਂ ਨੇ, ਇੱਕ ਤਾਂ ਚੀਫ ਮਿਨਿਸਟਰ ਸਾਹਿਬ ਦੀ ਜਿਹੜੀ ਪਕੜ ਹੈ ਸੂਬੇ ਦੇ ਉੱਤੇ, ਉਹਦੇ ਤੇ ਸਵਾਲ ਬਾਰ-ਬਾਰ ਉੱਠ ਰਹੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਇੰਨੀ ਵੱਡੀ ਮੈਜੋਰਿਟੀ ਆ, ਉਹਨਾਂ ਨੂੰ ਇਮੀਡੀਏਟਲੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਸ ਵੇਲੇ ਗਵਰਨਰ ਸਾਹਿਬ ਨੇ ਉਹ ਚਿੱਠੀ ਲਿਖੀ ਸੀ ਭਗਵੰਤ ਮਾਨ ਹੋਰਾਂ ਨੂੰ, ਜਿਹਦੇ ਵਿੱਚ ਉਹਨਾਂ ਨੇ ਇਸ਼ਾਰਾ ਕੀਤਾ ਸੀ ਕਿ ਮੈਂ ਤਾਂ ਤੁਹਾਨੂੰ ਬਾਰ-ਬਾਰ ਚਿੱਠੀਆਂ ਲਿਖਦਾ ਰਹਿਣਾ, ਤੁਸੀਂ ਸ਼ਾਇਦ ਜ਼ਿਆਦਾ ਬਿਜ਼ੀ ਹੋ, ਉਧਰ ਗੁਜਰਾਤ ਵਿੱਚ ਕੈਂਪੇਨ ਵਗੈਰਾ ਕਰ ਰਹੇ ਹੋ। ਪਹਿਲੀ ਗੱਲ, ਉਹ ਚਿੱਠੀ ਬਿਲਕੁਲ ਗਵਰਨਰ ਸਾਹਿਬ ਨੇ ਆਪਣੇ ਅਖਤਿਆਰ ਤੋਂ ਬਾਹਰ ਜਾ ਕੇ ਲਿਖੀ ਸੀ। ਉਹ ਆਪਣੇ ਆਪ ਦੇ ਵਿੱਚ ਗੈਰ ਸੰਵਿਧਾਨਕ ਹੈ, ਗੈਰ ਕਾਨੂੰਨੀ ਹੈ। ਇਹ ਮਾੜੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਉਸ ਨੂੰ ਬਹੁਤ ਵੱਡਾ ਵਿਸ਼ਾ ਨਹੀਂ ਬਣਾਇਆ ਕਿਉਂਕਿ ਮੈਨੂੰ ਲੱਗਦਾ ਉਹ ਅਜੇ ਗਵਰਨਰ ਸਾਹਿਬ ਨਾਲ ਲੜਨ ਦੇ ਰੌਂ ਵਿੱਚ ਨਹੀਂ ਸਨ ਤੇ ਫੈਡਰਲ ਇਸ਼ੂ ਨੂੰ ਉਠਾਉਣਾ ਨਹੀਂ ਸਨ ਚਾਹੁੰਦੇ। ਪਰ ਜੇ ਉਸ ਵੇਲੇ ਬਣਾ ਲੈਂਦੇ ਤਾਂ ਅੱਜ ਸ਼ਾਇਦ ਇਹ ਨੌਬਤ ਨਾ ਆਉਂਦੀ ਕਿਉਂਕਿ ਕਿਸੇ ਨੂੰ ਪਤਾ ਲੱਗਦਾ ਕਿ ਸਰਕਾਰ ਸੰਵਿਧਾਨ ਕਿਵੇਂ ਸਰਕਾਰ ਨੂੰ ਇੱਕ ਛਤਰ ਛਾਇਆ ਦਿੰਦਾ, ਉਹਦੇ ਤੋਂ ਪੂਰੀ ਤਰ੍ਹਾਂ ਨਾਲ ਵਾਕਿਫ ਹੈ। ਹੁਣ ਬਿਊਰੋਕ੍ਰੇਸੀ ਨੇ ਜਿਸ ਕਿਸਮ ਦੇ ਨਾਲ ਸਟ੍ਰਾਈਕ ਕੀਤੀ ਹੈ, ਇੱਥੋਂ ਪਤਾ ਲੱਗਦਾ ਲੋਕਾਂ ਦਾ ਤਾਂ ਪਤਾ ਨਹੀਂ ਉਹਨਾਂ ਨੇ ਆਪਸੀ ਏਕਾ ਅਜੇ ਤੱਕ ਕਿੰਨਾ ਬਣਾਇਆ। ਏਕਾ ਬੜਾ ਸਟਰੋਂਗ ਹੁੰਦਾ ਤੇ ਹੋਣਾ ਚਾਹੀਦਾ। ਇਹ ਗੱਲ ਠੀਕ ਹੈ ਕਿ ਸੀਨੀਅਰ ਪੱਤਰਕਾਰ NS ਪਰਵਾਨਾ ਜੀ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦੀ ਚਿਤਾ ਨੂੰ ਅਗਨੀ ਦਿਖਾਉਣ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਜਿਸ ਢੰਗ ਦੇ ਨਾਲ ਮੜੀਆਂ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਉਹ ਬੇਹੱਦ ਘਟੀਆ ਤਰੀਕਾ ਸੀ। ਪਹਿਲੀ ਗੱਲ, ਪਰਵਾਨਾ ਜੀ ਨੇ ਅੱਧੀ ਸਦੀ ਤੋਂ ਵੱਧ ਪੱਤਰਕਾਰੀ ਦੀ ਖਿਦਮਤ ਕੀਤੀ ਹੈ। ਉਹ ਲਾਰਜਲੀ ਰਿਸਪੈਕਟਡ ਫਿਗਰ ਸਨ। ਜੇ ਉਹਨਾਂ ਦੇ ਬੇਟੇ ਨੇ ਕੋਈ ਅਜਿਹਾ ਕੰਮ ਕੀਤਾ ਸੀ ਤੇ ਉਹ ਸਰਕਾਰ ਨੂੰ ਲੋੜੀਂਦਾ ਸੀ ਤਾਂ ਉਹ ਇਟ ਇਜ਼ ਨੋਬਡੀਜ਼ ਕੇਸ ਕਿ ਉਹ ਕਿਧਰੇ ਕੋਈ ਭੱਜ ਰਿਹਾ ਸੀ, ਉਹ ਦੇਸ਼ ਛੱਡ ਕੇ ਜਾ ਰਿਹਾ ਸੀ। ਤੁਸੀਂ ਉਹਦਾ ਪਾਸਪੋਰਟ ਜ਼ਬਤ ਕਰ ਸਕਦੇ ਹੋ, ਤੁਸੀਂ ਉਹਨੂੰ ਰੈਸਟ੍ਰੇਨਿੰਗ ਆਰਡਰ ਲੈ ਸਕਦੇ ਹੋ। ਇਹ ਵਿਜੀਲੈਂਸ ਨੇ ਵੀ ਅਜੇ ਤੱਕ ਇਹ ਨਹੀਂ ਕਿਹਾ ਕਿ ਜੇ ਉਸੇ ਦਿਨ ਗ੍ਰਿਫਤਾਰ ਨਾ ਕਰਦੇ ਤਾਂ ਪਤਾ ਨਹੀਂ ਕੀ ਮਤਲਬ ਵਾਟ ਹੈਵਨਸ ਵੁੱਡ ਹੈਵ ਫਾਲਨ। ਪਰ ਉਹਨਾਂ ਨੇ ਅਜਿਹਾ ਕਿਉਂ ਕੀਤਾ? ਹੁਣ ਉਹਦੀ ਆੜ ਲੈ ਕੇ ਕਿ ਉਹਨਾਂ ਨੇ ਅਜਿਹਾ ਕੀਤਾ, ਇਹ ਸਾਰੇ ਬਿਊਰੋਕਰੈਟਸ ਜਿਹੜੇ ਨੇ ਇਹ ਸਾਡੇ ਸਟ੍ਰਾਈਕ ਤੇ ਜਾ ਰਹੇ ਨੇ, ਉਹਦੇ ਨਾਲ ਰੈਵਨਿਊ ਅਫੀਸਰਸ ਜਾ ਰਹੇ ਨੇ। ਅੱਛਾ, ਪੰਜਾਬ ਦੇ ਵਿੱਚ ਤਹਿਸੀਲਦਾਰ, ਪਟਵਾਰੀ, ਕਾਨੂੰਨਗੋ, ਇਹਨਾਂ ਦੀ ਇਮਾਨਦਾਰੀ ਤਾਂ ਖੈਰ ਜਗ ਜ਼ਾਹਿਰ ਹੈ, ਅਸਮਾਨਾਂ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਇਹਨਾਂ ਦਾ ਇਤਿਹਾਸ ਲਿਖਿਆ ਪਿਆ। ਸੋ ਜਦੋਂ ਇਹ ਲੋਕ ਸਟ੍ਰਾਈਕ ਤੇ ਚਲੇ ਜਾਣ ਤੇ ਬੜਾ ਦਿਲ ਨੂੰ ਦੁੱਖ ਹੋਣਾ ਚਾਹੀਦਾ। ਮੈਂ ਤੇ ਜ਼ਾਰ ਹੰਝੂ ਰੋਇਆ ਸਾਰੀ ਰਾਤ ਵੀ ਏਡੇ ਇਮਾਨਦਾਰ ਬੰਦਿਆਂ ਨਾਲ ਕੀ ਹੋ ਰਿਹਾ। ਅੱਜ ਮੈਂ ਅਜੀਤ ਅਖਬਾਰ ਦੇ ਵਿੱਚ ਬੜੇ ਸੀਨੀਅਰ ਪੱਤਰਕਾਰ ਦੀ ਨੁਮਾਇਆਂ ਤਰੀਕੇ ਨਾਲ ਛਾਇਆ ਹੋਈ ਰਿਪੋਰਟ ਪਹਿਲੇ ਪੰਨੇ ਤੇ ਪੜ੍ਹ ਰਿਹਾ ਸੀ। ਉਹਨਾਂ ਨੇ ਲਿਖਿਆ ਕਿ ਚੀਫ ਮਿਨਿਸਟਰ ਸਾਹਿਬ ਦੇ ਨਾਲ ਜਦੋਂ ਸੀਨੀਅਰ IAS ਅਫਸਰ ਮਿਲ ਰਹੇ ਸਨ ਤਾਂ ਕੁਝ IAS ਅਫਸਰ ਇੰਨੇ ਭਾਵੁਕ ਹੋ ਗਏ ਕਿ ਜ਼ਾਰ ਰੋਣ ਲੱਗ ਪਏ। ਮੈਂ ਹੋਰ ਵੀ ਡਿਟੇਲ ਪੜ੍ਹਨੀ ਚਾਹੁੰਦਾ ਸੀ ਕਿ ਉਹਨਾਂ ਦੇ ਹੰਝੂ ਫਿਰ CM ਸਾਹਿਬ ਨੇ ਪੂੰਝੇ, ਕਿ ਉਹਨਾਂ ਨੇ ਆਪਣੀ ਆਸਤੀਨ ਨਾਲ ਪੂੰਝ ਲਏ, ਕਿ ਬਾਹਰ ਜਾ ਕੇ ਮੂੰਹ ਧੋ ਕੇ ਆਏ। ਪਰ ਜੇ ਸਟੇਟ ਦੇ ਸੀਨੀਅਰ ਬਿਊਰੋਕਰੈਟ ਜ਼ਾਰ ਰੋ ਰਹੇ ਨੇ ਤਾਂ ਸਾਨੂੰ ਉਹਨਾਂ ਦੇ ਦੁੱਖ ਨੂੰ ਸਮਝਣ ਲਈ ਥੋੜਾ ਜਿਹਾ ਹੋਰ ਤਰੱਦਦ ਕਰਨਾ ਚਾਹੀਦਾ। ਤੇ ਚੀਫ ਮਿਨਿਸਟਰ ਸਾਹਿਬ ਦੇ ਜਿਹੜੇ ਗੱਲ ਨੇ ਨਵੀਆਂ ਕਿ ਕੀ ਬਿਊਰੋਕਰੇਟ ਜਿਹੜਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਚੀਫ ਮਿਨਿਸਟਰ ਦੇ ਸਾਹਮਣੇ ਵੀ ਗਲਤ ਬਿਆਨੀ ਕਰ ਸਕਦੇ ਨੇ ਜਾਂ ਬਾਕੀ ਜਗ੍ਹਾ। ਰੈਵਨਿਊ ਅਫਸਰਾਂ ਨੇ ਇੱਕ ਚਿੱਠੀ ਅੱਜ ਜੀ ਰੈਵਨਿਊ ਅਫਸਰ ਅੱਜ ਤਾਜੀ ਰੈਵਨਿਊ ਆਫੀਸਰਸ ਐਸੋਸੀਏਸ਼ਨ ਔਰ ਉਹਨਾਂ ਚ ਮੈਜੋਰਿਟੀ ਉਹ ਨੇ ਜਿਹੜੇ ਤਹਿਸੀਲਦਾਰ ਨੇ, ਡਿਸਟ੍ਰਿਕਟ ਰੈਵਨਿਊ ਅਫਸਰ ਬਣਦੇ ਨੇ, ਨਾਇਬ ਤਹਿਸੀਲਦਾਰ ਨੇ, ਜਿਨ੍ਹਾਂ ਚੋਂ PCS ਵੀ ਬਣਦੇ ਨੇ, ਜਿਨ੍ਹਾਂ ਚੋਂ PCS ਬਣਦੇ ਨੇ, ਪ੍ਰਮੋਸ਼ਨਾਂ ਬਣਦੀਆਂ ਨੇ। ਉਹਨਾਂ ਨੇ ਕਿਹਾ ਵੀ ਬਲਕਿ ਇਹੀ ਹੈ ਕਿ 54 ਸਾਡੇ ਚੋਂ ਬਣਨੇ ਨੇ, 40 ਅਜ ਖਾਲੀ ਪਈਆਂ, 40 ਸੀਟਾਂ ਖਾਲੀ ਪਈਆਂ, ਅਜੇ ਸਾਨੂੰ ਬਣਾਇਆ ਨਹੀਂ। ਨਾਲ ਉਹਨਾਂ ਨੇ ਫਿਰ ਇਹ ਵੀ ਗੱਲ ਕਰ ਲਈ। ਉਹਨਾਂ ਨੇ ਇਹ ਕਿਹਾ ਕਿ ਕੱਲ ਜਦੋਂ ਚੀਫ ਮਿਨਿਸਟਰ ਸਾਹਿਬ ਨਾਲ ਗੱਲ ਹੋ ਰਹੀ ਸੀ ਜੀ ਇਸ ਮੁੱਦੇ ਤੇ, ਨਾਲ ਜੋੜ ਲਏ ਉਹਨਾਂ ਨੇ ਬਾਕੀ ਮੁੱਦੇ ਵੀ ਜੀ। ਉਹ ਕਹਿੰਦੇ ਪ੍ਰਿੰਸੀਪਲ ਸੈਕਟਰੀ ਟੂ CM ਜਿਹੜੇ ਬੇਨੂ ਪ੍ਰਸਾਦ ਨੇ ਜੀ, ਉਹਨਾਂ ਨੇ ਗਲਤ ਬਿਆਨੀ ਕੀਤੀ ਚੀਫ ਮਿਨਿਸਟਰ ਦੇ ਸਾਹਮਣੇ। ਉਹਨਾਂ ਨੇ ਇੱਕ ਟਰਮ ਦਿੱਤੀ ਹੈ ਕਿ ਉਹ ਜਿਹੜਾ ਰਜਿਸਟਰ 1A ਜਿਹਦੇ ਵਿੱਚ ਜਿਹੜਾ ਅਪਰ ਕਰੀਮ ਹੈ, ਜਿਹਦੇ ਵਿੱਚੋਂ ਚੁਣ ਕੇ PCS ਬਣਾਉਣਾ ਕਿਸੇ ਤਹਿਸੀਲਦਾਰ ਨੂੰ, ਉਹ ਕਹਿੰਦੇ ਜੀ ਇਹ ਕੰਪਲੀਟ ਹੋ ਚੁੱਕਾ ਹੈ,
ਇਹ ਗਲਤ ਇਨਫੋਰਮੇਸ਼ਨ ਦਿੱਤੀ ਹੈ ਤੇ ਇਹ ਬੜੀ ਦੁਖਦਾਈ ਹੈ ਇਸ ਲੈਵਲ ਦਾ ਸਿਸਟਮ। ਹੁਣ ਜੇ ਤਾਂ ਗੱਲ ਉਹਨਾਂ ਦੀ ਠੀਕ ਹੈ, ਇਹਦਾ ਜਵਾਬ ਤਾਂ ਬੇਨੂ ਪ੍ਰਸਾਦ ਨੂੰ ਹੀ ਦੇਣਾ ਪੈਣਾ ਇਹਦੇ ਬੇਸਿਸ ਤੇ। ਬਲਕਿ ਭਗਵੰਤ ਮਾਨ ਜੀ ਨੇ ਕਿਹਾ ਕਿ ਦੇਖੋ ਕਿੰਨੀ ਤੁਰਤ ਫੁਰਤ ਨਾਲ ਕੰਮ ਕਰ ਰਹੇ ਨੇ ਇਹਨਾਂ ਦੀਆਂ ਪ੍ਰਮੋਸ਼ਨਾਂ ਲਈ। ਹਾਂ, ਮਤਲਬ ਜੇ ਇਹੀ ਕਥਨ ਕਿਤੇ ਅਸੈਂਬਲੀ ਦੇ ਵਿੱਚ ਸੀਐਮ ਸਾਹਿਬ ਕਹਿ ਦਿੰਦੇ ਬੇਨੂ ਪ੍ਰਸਾਦ ਜੀ ਦੀ ਗੱਲ ਸੁਣ ਕੇ ਕਿ ਮੈਨੂੰ ਦੱਸਿਆ ਗਿਆ ਤੇ ਮੈਂ ਇਹ ਕਰ ਦਿੱਤਾ ਹੋਇਆ ਤੇ ਰਜਿਸਟਰ ਕੰਪਲੀਟ ਹੋ ਗਿਆ, ਤਾਂ ਪ੍ਰਿਵਿਲੇਜ ਦਾ ਮਾਮਲਾ ਬਣ ਜਾਣਾ ਸੀ। ਔਰ ਨਾਲੇ ਇਹ ਹੈ ਵੀ ਬਾਈ ਚਾਂਸ ਜੇ ਹੋ ਗਿਆ ਹੁੰਦਾ ਤਾਂ ਅੱਜ ਤੱਕ ਫੁੱਲ ਪੇਜ ਐਡ ਕਿਉਂ ਨਹੀਂ ਆਈ? ਇਹ ਤਾਂ ਬਹੁਤ ਬੜਾ ਮਾਮਲਾ ਸੀ ਵੀ ਕਿੰਨਾ ਕੁਝ ਕਰਤਾ ਜੀ ਅਸੀਂ, ਕਿੰਨੇ ਕੰਮ ਬੋਲਦਾ ਹੋਣਾ ਸੀ ਉਸ ਲੈਵਲ ਤੇ ਵੀ। ਇਹਦਾ ਮਤਲਬ ਇੰਨਾ ਚਿਰ ਬੇਨੂ ਪ੍ਰਸਾਦ ਉਹਨਾਂ ਨੇ ਨਹੀਂ ਦੱਸਿਆ ਚੀਫ ਮਿਨਿਸਟਰ ਨੂੰ ਜੀ, ਇੰਨੇ ਅਫਸਰ ਆਏ ਤੋਂ ਹੀ ਦੱਸਿਆ ਹੈ, ਇਹ ਵੀ ਇੱਕ ਗਲਤ ਗੱਲ ਹੈ। ਜੇ ਉਹਨਾਂ ਨੇ ਗਲਤ ਕੀਤਾ ਨਹੀਂ ਦੱਸਿਆ ਤਾਂ ਕੀ ਕੱਲ ਨੂੰ ਹੋਰ ਕਿੰਨੇ ਵੱਡੇ ਮਾਮਲਿਆਂ ਤੇ ਵੀ ਚੀਫ ਮਿਨਿਸਟਰ ਨੂੰ ਮਿਸਗਾਈਡ ਕੀਤਾ ਜਾ ਸਕਦਾ? ਚੀਫ ਮਿਨਿਸਟਰ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਜ਼ਾਹਿਰ ਤੌਰ ਤੇ ਮਿਸਗਾਈਡ ਹੋ ਰਹੇ ਨੇ। ਗਵਰਨਰ ਵਾਲੇ ਮਾਮਲੇ ਦੇ ਵਿੱਚ ਕੀ ਹੋਇਆ ਸੀ? ਗਵਰਨਰ ਸੀਐਮ ਸਾਹਿਬ ਨੇ ਜਿਸ ਤੁਰਤ ਫੁਰਤੀ ਨਾਲ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਤੇ ਗਵਰਨਰ ਸਾਹਿਬ ਨੇ ਅੱਗੋਂ ਲਿਖਿਆ ਕਿ ਤੁਹਾਡੇ ਅਸੀਂ ਸੀਐਸ ਨੂੰ ਬੁਲਾਇਆ ਸੀ, ਚੀਫ ਸੈਕਟਰੀ ਨੂੰ ਬੁਲਾਇਆ ਸੀ, ਉਸ ਨੂੰ ਅਸੀਂ ਇਹ ਗੱਲਾਂ ਕਹੀਆਂ ਸੀ, ਉਸ ਨੂੰ ਚੰਡੀਗੜ੍ਹ ਦੇ ਉਸ ਵੇਲੇ ਦੇ ਐਸਐਸਪੀ ਕੁਲਦੀਪ ਚਾਹਲ ਬਾਰੇ ਮੈਂ ਇਹ ਕਿਹਾ ਸੀ, ਉਹਦੇ ਬਾਰੇ ਚੀਫ ਮਿਨਿਸਟਰ ਨੂੰ ਅਪੈਰੈਂਟਲੀ ਕਿਸੇ ਨੇ ਇਨਫੋਰਮ ਨਹੀਂ ਸੀ ਕੀਤਾ ਹੋਇਆ। ਉਸ ਚਿੱਠੀ ਤੋਂ ਜ਼ਾਹਿਰ ਸੀ। ਤੁਸੀਂ ਇਹ ਦੇਖੋ ਕਿ ਪਹਿਲੀ ਗੱਲ ਇਹ ਧਿਆਨ ਰੱਖਣਾ ਚਾਹੀਦਾ ਕਿ ਜਿਸ ਵੇਲੇ ਗਵਰਨਰ ਸਾਹਿਬ ਨੇ ਟੈਲੀਫੋਨ ਚੁੱਕ ਕੇ ਚੀਫ ਸੈਕਟਰੀ ਨੂੰ ਟੈਲੀਫੋਨ ਕੀਤਾ ਸੀ ਤੇ ਉਸ ਨੂੰ ਬੁਲਾਇਆ ਸੀ, ਸੰਵਿਧਾਨ ਉਸ ਵੇਲੇ ਟੁੱਟ ਚੁੱਕਾ ਸੀ। ਇਹ ਕੋਈ ਤਰੀਕਾ ਨਹੀਂ ਹੈ ਕਿ ਗਵਰਨਰ ਇਸ ਤਰੀਕੇ ਨਾਲ ਸੀਐਸ ਨੂੰ ਸਮਨ ਕਰ ਸਕਦਾ। ਰੂਲਸ ਆਫ ਬਿਜ਼ਨਸ ਨੇ ਸਰਕਾਰਾਂ ਦੇ, ਸੰਵਿਧਾਨ ਦਾ ਇੱਕ ਨਿਯਮ ਹੈ। ਜਿਸ ਵੇਲੇ ਚੀਫ ਮਿਨਿਸਟਰ ਚਿੱਠੀ ਲਿਖਦੇ ਨੇ ਤੇ ਚੀਫ ਸੈਕਟਰੀ ਉਹਦੇ ਤੋਂ ਅਨਭਿੱਜ ਰਹਿੰਦੇ ਨੇ ਤਾਂ ਸੰਵਿਧਾਨਕ ਪ੍ਰੋਟੋਕੋਲ ਟੁੱਟ ਚੁੱਕਾ ਹੋਇਆ। ਇਹ ਚੀਜ਼ਾਂ ਸਰਕਾਰਾਂ ਨੂੰ ਸਿੱਖਣੀਆਂ ਪੈਣਗੀਆਂ। ਦੂਸਰੀ ਗੱਲ, ਮੈਨੂੰ ਥੋੜਾ ਜਿਹਾ ਹੌਸਲਾ ਮਿਲਿਆ ਬਿਊਰੋਕਰੇਟਾਂ ਦੀ ਸਟ੍ਰਾਈਕ ਤੋਂ। ਇਹਦਾ ਮਤਲਬ ਹੈ ਕਿ ਬਿਊਰੋਕਰੇਟ ਆਪਣੇ ਇੱਜ਼ਤ ਮਾਨ ਬਾਰੇ ਸੈਂਸਿਟਿਵ ਨੇ। ਇਹ ਚੰਗੀ ਗੱਲ ਹੈ। ਤੁਹਾਨੂੰ ਅਹਿਸਾਸ ਹੋਣਾ ਚਾਹੀਦਾ ਤੁਹਾਡੀ ਇੱਜ਼ਤ ਮਾਨ ਨੂੰ ਕੋਈ ਹੱਥ ਪਾ ਰਿਹਾ, ਕੋਈ ਤੁਹਾਨੂੰ ਚੋਰ ਕਰਪਟ ਕਹਿ ਰਿਹਾ ਤੇ ਜਮਾਤ ਦੇ ਤੌਰ ਤੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਸਰ ਅਸੀਂ ਅਜੇ ਨਹੀਂ, ਅਸੀਂ ਦੁੱਧ ਧੋਤੇ ਹਾਂ, ਸਾਡੇ ਨਾਲ ਕਿੰਨੀ ਨਾਜਾਇਜ਼ ਹੋ ਰਹੀ ਹੈ। ਇਹ ਚੰਗੀ ਗੱਲ। ਵੋਹਰਾ ਕਮੇਟੀ ਦੀ ਰਿਪੋਰਟ ਸੀ 1993 ਦੇ ਵਿੱਚ, ਉਹ ਅਜੇ ਵੀ ਪਈ ਹੈ। ਵੋਹਰਾ ਕਮੇਟੀ ਇਸ ਦੇਸ਼ ਦਾ ਉਹ ਇੱਕ ਮਾਤਰ ਸੰਗਠਨ ਸੀ ਜਿਨੇ ਕ੍ਰਿਮੀਨਲਸ, ਅਪਰਾਧੀਆਂ, ਬਿਊਰੋਕਰੇਟਾਂ ਤੇ ਪੋਲੀਟੀਸ਼ੀਅਨਾਂ ਤੇ ਪੁਲਿਸ ਦੇ ਵਿਚਕਾਰ ਨੈਕਸਸ ਬਾਰੇ ਜਾਂਚ ਕਰਨੀ ਸੀ। ਉਹਨਾਂ ਨੇ ਕਿਹਾ ਕਿ ਇਹ ਸਾਰੇ ਆਪਸ ਵਿੱਚ ਰਲੇ ਹੋਏ ਨੇ, ਢਾਂਚਾ ਢਹਿ ਢੇਰੀ ਹੋ ਚੁੱਕਾ ਹੈ ਤੇ ਚੋਰਾਂ ਦੀ ਬਾਰਾਤ ਜਿਹੜੀ ਹੈ ਉਹ ਢੁਕੀ ਹੋਈ ਹੈ। ਨਾਪਾਕ ਗੱਠਜੋੜ ਲੋਕਾਂ ਦੇ ਟੈਕਸਾਂ ਤੇ ਪਲਦਾ, ਲੋਕਾਂ ਦੇ ਟੈਕਸ ਦੇ ਉੱਤੇ ਪਲ ਰਿਹਾ। ਸਾਰੇ ਬਿਊਰੋਕਰੇਟਾਂ ਨੂੰ ਸਟ੍ਰਾਈਕ ਤੇ ਚਲੇ ਜਾਣਾ ਚਾਹੀਦਾ ਸੀ, ਉਹ ਤਾਂ ਮੁੜ ਕੇ ਕੰਮ ਤੇ ਹੀ ਨਹੀਂ ਆਉਣਾ ਚਾਹੀਦਾ ਜਦੋਂ ਤੱਕ ਇਹੋ ਜਿਹੀ ਰਿਪੋਰਟ ਜਿਹੜੀ ਹੈ ਉਹ ਵਾਪਸ ਨਹੀਂ ਦਿੱਤੀ ਜਾਂਦੀ ਤੇ ਸਰਕਾਰ ਮਾਫੀ ਨਹੀਂ ਮੰਗ ਲੈਂਦੀ। ਵੋਹਰਾ ਸਾਹਿਬ ਵੀ ਬੜੀਆਂ ਰਿਸਪੈਕਟਫੁਲ ਪੋਜੀਸ਼ਨਸ ਤੇ ਕੰਮ ਕਰਦੇ ਨੇ, ਇਹਦੇ ਬਾਰੇ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ। ਇਹ ਜਿਹੜੀਆਂ ਚੰਡੀਗੜ੍ਹ ਸ਼ਹਿਰੇ ਖੂਬਸੂਰਤ ਦੇ ਆਸ-ਪਾਸ ਨਵੇਂ ਖੂਬਸੂਰਤ ਸ਼ਹਿਰ ਬਣ ਰਹੇ ਨੇ, ਨਇਆ ਗਾਉਂ ਤੋਂ ਲੈ ਕੇ ਕਾਂਸਲ ਤੋਂ ਲੈ ਕੇ ਕਰੋੜਾ ਪਿੰਡ ਦੇ ਤੋਂ ਲੈ ਕੇ, ਜਿਹਦੇ ਚ ਜਸਟਿਸ ਕੁਲਦੀਪ ਸਿੰਘ ਸਕੈਮ ਕਰਦੇ, ਕੁਲਦੀਪ ਸਿੰਘ ਦੀ ਰਿਪੋਰਟ ਦੇ ਵਿੱਚ ਜਿਹੜੇ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਨੇ ਕਿ ਪੰਜਾਬ ਦੀ ਤਰੱਕੀ ਲਈ ਕਿਹੜੇ-ਕਿਹੜੇ ਬਿਊਰੋਕਰੇਟਸ ਨੇ ਤੇ ਕਿਹੜੇ-ਕਿਹੜੇ ਪੋਲੀਟੀਸ਼ੀਅਨਸ ਨੇ ਤੇ ਕਿਹੜੇ-ਕਿਹੜੇ ਪੁਲਿਸ ਅਫਸਰਾਂ ਨੇ ਸਸਤੇ ਭਾਅ ਤੇ ਜ਼ਮੀਨਾਂ ਤੇ ਕਬਜ਼ੇ ਕੀਤੇ, ਜਿਹੜੀਆਂ ਜ਼ਮੀਨਾਂ ਵਿਕ ਹੀ ਨਹੀਂ ਸੀ ਸਕਦੀਆਂ। ਗੈਰ ਮੁਮਕਿਨ ਲੈਂਡਸ, ਨਜ਼ੂਲ ਲੈਂਡਸ, ਸਰਕਾਰੀ ਸ਼ਾਮਲਾਟ ਲੈਂਡਸ ਜਿਨ੍ਹਾਂ ਦੇ ਉੱਤੇ ਕਬਜ਼ੇ ਕੀਤੇ ਨੇ, ਉਹਨਾਂ ਦੇ ਨਾਮ ਨੁਮਾਇਆ ਰੂਪ 'ਚ ਨੇ। ਇਹ ਬੜੀ ਇਨਸਲਟ ਹੈ ਬਿਊਰੋਕਰੇਟਸ ਦੀ। ਸਾਰੇ ਪੰਜਾਬ ਦੇ ਬਿਊਰੋਕਰੇਟਸ ਨੂੰ ਛੁੱਟੀ ਤੇ ਚਲੇ ਜਾਣਾ ਚਾਹੀਦਾ ਤੇ ਕਦੀ ਮੁੜ ਕੇ ਵਾਪਸ ਹੀ ਨਹੀਂ ਆਉਣਾ ਚਾਹੀਦਾ। ਨਾਰਮਲੀ ਇੱਕ ਗੱਲ ਇਹ ਜ਼ਰੂਰ ਹੁੰਦੀ ਹੈ ਵੀ ਫਲਾਨਾ ਬੰਦਾ ਨਵਾਂ ਆਇਆ, ਫਲਾਨਾ ਬੰਦਾ ਨਵੇਂ ਆਉਂਦੇ ਨੇ, ਨਵਿਆਂ ਨੂੰ ਆਉਣਾ ਵੀ ਪੈਂਦਾ ਔਰ ਆਉਣਾ ਚਾਹੀਦਾ ਵੀ ਹੈ। ਕੋਈ ਗੁਨਾਹ ਥੋੜੀ ਹੈ ਕਿ ਨਵੇਂ ਬੰਦੇ ਆਏ ਨੇ। ਬਿਲਕੁਲ। ਪਰ ਬਿਊਰੋਕ੍ਰੇਸੀ ਤਾਂ ਇੱਕ ਪਰਮਾਨੈਂਟ ਗਵਰਨਮੈਂਟ ਹੈ ਨਾ, ਇਹ ਸਟੀਲ ਫਰੇਮ ਹੈ। ਸਟੀਲ ਫਰੇਮ ਹੈ ਜਿਹਨੇ ਕੰਟੀਨਿਊਟੀ ਦੇ ਵਿੱਚ ਗਵਰਨਮੈਂਟ ਰਨ ਕਰਨੀ ਹੈ ਅਸਲ ਦੇ ਵਿੱਚ ਪ੍ਰੈਕਟੀਕਲੀ। ਇਹਦਾ ਮਤਲਬ ਇਹ ਹੈ ਕਿ ਨਵਾਂ ਹੀ ਰਹੂਗਾ ਉਹ ਬੰਦਾ ਤੇ ਸਟੀਲ ਫਰੇਮ ਆਪਣੇ ਆਪ ਨੂੰ ਜੋ ਵੀ ਮਰਜ਼ੀ ਕਰ ਲੇਗੀ। ਔਰ ਇੱਕ ਸਵਾਲ ਇਹਦੇ ਚ ਇਹ ਵੀ ਹੋਣਾ, ਹਾਸਾ ਨਹੀਂ ਰੋਕ ਪਾ ਰਿਹਾ ਪਲ ਭਰ ਲਈ। ਸਟੀਲ ਫਰੇਮ ਹੈ, ਉਹ ਮੈਂ ਸੋਚ ਰਿਹਾ ਸੀ ਇਹ ਸਟੀਲ ਫਰੇਮ ਸੀਗਾ ਡਬਲ ਈ ਵਾਲਾ, ਸਟੀਲ ਦਾ, ਸਟੇਨਲੈਸ ਸਟੀਲ ਦਾ। ਇਹ ਤੇ ਸਟੀਲ ਫਰੇਮ ਹੈ ਜੀ ਦਾ ਫਰੇਮ ਬਣਾ ਰੱਖਿਆ। ਹੁਣ ਬਿਲਕੁਲ ਉਧਰ ਨਾ ਹੋ ਗਿਆ ਕੰਮ, ਨਾ ਕੇਵਲ ਹੋ ਗਿਆ ਸਟੀਲ, ਉਹ ਵੀ ਕੁੱਬੀ ਕਿਵੇਂ ਹੋ ਗਈ, ਕਿੰਨੀ ਜਰਜਰ ਲੱਗੀ, ਕਹਿੰਦੇ ਸਟੀਲ ਨੂੰ ਲੱਗਦੀ ਨਹੀਂ ਹੁੰਦੀ ਤੇ ਪੋਸਟਾਂ ਵਾਸਤੇ ਬਾਕੀ ਜਗ੍ਹਾ ਵਾਸਤੇ ਜੀ। ਇੱਕ ਸਵਾਲ ਇਹ ਤੋਂ ਹੋਰ ਵਿਸਤਾਰ ਦੇ ਵਿੱਚ ਵੀ ਆਉਂਦਾ ਜਦੋਂ ਵੀ ਅਸੀਂ ਗੱਲ ਕਰਦੇ ਹਾਂ। ਨਾਰਮਲੀ ਜਦੋਂ ਕੋਈ ਥੋੜੀ ਜਿਹੀ ਸੀਰੀਅਸ ਗੱਲਾਂ ਹੁੰਦੀਆਂ ਨੇ, ਉਹ ਕਹਿੰਦੇ ਨੇ ਅਜੇ ਤਾਂ ਅਸੀਂ ਕਲੋਨੀਅਲ ਬਿਊਰੋਕਰੇਟਿਕ ਮਾਈਂਡਸੈਟ 'ਚ ਹੀ ਜਿਉ ਰਹੇ ਹਾਂ ਤੇ ਅਸੀਂ ਤਾਂ ਅੰਗਰੇਜ਼ ਤਾਂ ਕੱਢੇ ਨੇ, ਢਾਂਚਾ ਉਹੀ ਹੈ, ਸਿਸਟਮ ਉਹੀ ਹੈ। ਇੱਕ ਡਿਪਟੀ ਕਮਿਸ਼ਨਰ ਕਿੰਨਾ ਸਟਰੋਂਗ ਹੋ ਸਕਦਾ ਹੈ, ਇੱਕ ਬਿਊਰੋਕਰੇਟ ਕਿੰਨਾ ਸਟਰੋਂਗ ਹੋ ਸਕਦਾ ਹੈ, ਪਤਾ ਬੰਦੇ ਨੂੰ ਉਦੋਂ ਹੀ ਲੱਗਦਾ ਜਾ ਕੇ ਜਦੋਂ ਇੱਕ ਅੱਧਾ ਆਰਡਰ ਆ ਜਾਂਦਾ ਹੈ। ਬਿਲਕੁਲ ਕਿ ਇਹ ਚੀਜ਼ ਹੈ ਜਿਹੜਾ ਡੈਮੋਕ੍ਰੇਸੀ ਦੇ ਨਾਲ ਪ੍ਰਸ਼ਾਸਨਿਕ ਤੰਤਰ ਡੈਮੋਕ੍ਰੇਟਾਈਜ਼ ਹੋਣਾ ਸੀ, ਜੇ ਅਸੀਂ ਉਹ ਨਹੀਂ ਕਰ ਪਾਏ ਤੇ ਇਹਦੇ ਤੇ ਡਿਬੇਟ ਕਿਉਂ ਨਹੀਂ ਕਿ ਉਹ ਬਿਊਰੋਕ੍ਰੇਸੀ ਕਿਸ ਤਰ੍ਹਾਂ ਨਾਲ ਚੱਲਦੀ ਹੈ। ਇਹ ਸਭ ਤੋਂ ਇੰਪੋਰਟੈਂਟ ਸਵਾਲ ਹੈ। ਜੇ ਅਸੀਂ ਪਾਸਟ ਵਿੱਚ ਜਾਈਏ, ਤੁਸੀਂ ਦੇਖੋ ਪਲਾਸੀ ਦੀ ਲੜਾਈ ਤੱਕ ਇਹ ਢਾਂਚਾ ਜਿਹਾ ਬਣਨਾ ਸ਼ੁਰੂ ਹੋ ਗਿਆ ਸੀ, ਉਹਨਾਂ ਦੇ ਹੱਥ ਪਾਵਰ ਆਣੀ ਸ਼ੁਰੂ ਹੋ ਗਈ ਸੀ
ਤੇ 1757 ਤੋਂ ਬਾਅਦ CCS ਬਣਾਇਆ ਗਿਆ, ਕੋਵੈਨੈਂਟ ਸਿਵਲ ਸਰਵਿਸਿਜ਼। ਜਿਸ ਵੇਲੇ 1857 ਆਉਂਦਾ ਤੇ ਰਾਜ ਪਾਸ ਹੋ ਜਾਂਦਾ ਬ੍ਰਿਟਿਸ਼ ਕਰਾਊਨ ਨੂੰ, ਈਸਟ ਇੰਡੀਆ ਕੰਪਨੀ 58 ਚ ਐਕਟ ਬਣ ਜਾਂਦਾ, ਉਸ ਐਕਟ ਬਣਦਾ, ਇੰਪੀਰੀਅਲ ਸਿਵਲ ਸਰਵਿਸ ਬਣਦੀ ਹੈ। ਉਹ ਇੰਪੀਰੀਅਲ ਸਰਵਿਸ ਬਾਅਦ ਵਿੱਚ ਜਾ ਕੇ ਫਿਰ ਉਹ ICS ਬਣਦੀ ਹੈ, ਇੰਡੀਅਨ ਸਿਵਲ ਸਰਵਿਸਿਜ਼। ਫਿਰ 1920-22 ਦੇ ਆਸ-ਪਾਸ ਹੋ ਜਾ ਕੇ ਕਹਿੰਦੇ ਨੇ ਵੀ ਹੁਣ ਇਹਦੇ 'ਚ ਇੰਡੀਅਨਸ ਵੀ ਆ ਸਕਦੇ ਨੇ, 25% ਬਲਕਿ ਸੀਟਾਂ ਉਹਨਾਂ ਲਈ ਰਾਖੀਆਂ ਰੱਖੀਆਂ ਜਾਣਗੀਆਂ। ਟੈਸਟ ਇੰਗਲੈਂਡ ਵਿੱਚ ਹੁੰਦਾ ਸੀ ਤੇ ਉਹ ICS ਬਣੀ। ਪੋਸਟ 47 ਇਹ IAS ਬਣੀ। ਦੋ ਤਿੰਨ ਚੀਜ਼ਾਂ ਵੱਲ ਮੈਨੂੰ ਲੱਗਦਾ ਹੈ ਇਸ਼ਾਰਾ ਕਰਨਾ ਚਾਹੁੰਦਾ, ਕਿਉਂਕਿ ਸਾਡੇ ਇੱਥੇ ਵਡੇਰੇ ਡਿਬੇਟ ਇਹਨਾਂ ਚੀਜ਼ਾਂ ਬਾਰੇ ਹੁੰਦੇ ਨਹੀਂ ਹੈ। ਇੱਕ ਤਾਂ UPSC ਹਰ ਬੱਚੇ ਦਾ ਸਾਡੇ ਸੁਪਨਾ ਹੈ, ਜਿਹਦੇ ਵਿੱਚੋਂ ਨਿਕਲ ਕੇ ਬਿਊਰੋਕਰੈਟ ਤੇ ਬਣਨਾ ਹੁੰਦਾ। 5 ਲੱਖ ਬੱਚੇ ਲਗਭਗ 2021 ਦੇ ਵਿੱਚ ਉਹਨਾਂ ਨੇ UPSC ਦਾ ਇਮਤਿਹਾਨ ਦਿੱਤਾ, 712 ਸੀਟਾਂ ਲਈ। 1 ਲੱਖ ਬੱਚਾ, 10,000 ਬੱਚਾ ਉਹਦੇ ਚੋਂ ਮੇਨਸ ਤੋਂ ਪਾਸ ਹੁੰਦਾ ਤੇ 712 ਸੀਟਾਂ ਲਈ। ਜਿਹੜੇ ਦੇਸ਼ ਦੇ ਵਿੱਚ ਅਸੀਂ ਇੱਕ ਸਿਸਟਮ ਬਣਾ ਰੱਖਿਆ ਕਿ ਤੁਹਾਡੇ ਜੀਵਨ ਦਾ ਇੱਕੋ ਇੱਕ ਸੁਪਨਾ ਹੈ ਕਿ IAS ਜਾਂ IPS ਬਣ ਜਾਓ, ਜੇ ਉਹ ਨਹੀਂ ਬਣ ਸਕੇ ਦੈਨ ਐਵਰੀ ਪਲਾਨ ਇਜ਼ ਯੋਰ ਪਲਾਨ B। ਉਹ ਮਤਲਬ ਜ਼ਿੰਦਗੀ 'ਚ ਫਿਰ ਤੁਸੀਂ ਫੇਲਿਅਰ ਤਾਂ ਹੋ ਚੁੱਕਾ, ਹੁਣ ਤੇ ਬਾਕੀ ਤਾਂ ਗੁਜ਼ਾਰਾ ਹੀ ਹੈ। ਇਹ ਕਿਸ ਕਿਸਮ ਦਾ ਦੇਸ਼ ਹੈ ਜਿਹੜਾ ਆਪਣੀ ਸਾਰੀ ਨੌਜਵਾਨੀ ਦਾ ਕੈਰੀਅਰ ਦੀ ਸ਼ੁਰੂਆਤ ਸੈਂਸ ਆਫ ਫੇਲਿਅਰ ਤੋਂ ਕਰਵਾਉਂਦਾ? ਇੱਕ ਤੇ ਇਹਨੂੰ ਦੁਬਾਰਾ ਸੋਚਣ ਦੀ ਲੋੜ ਹੈ। ਦੂਸਰਾ, ਕਰਨਾਲ ਦੇ ਵਿੱਚ ਕਿਸਾਨ ਇਕੱਠੇ ਹੋਏ ਸਨ ਤੇ SDM ਨੇ ਕਿਹਾ ਮਾਰੋ ਲਾਠੀਆਂ, ਤੇ ਪੁਲਿਸ ਨੇ ਲਾਠੀਆਂ ਮਾਰ ਦਿੱਤੀਆਂ। ਬੜਾ ਅਸੀਂ ਰੋਲਾ ਪਾ ਲਿਆ SDM ਦੇ ਖਿਲਾਫ, ਇਹਦੀ ਟ੍ਰਾਂਸਫਰ ਕਰਾ ਦਾਂਗੇ, ਉਹ ਕਰਾ ਦਾਂਗੇ। ਉਹ ਇਹ ਕਹਿ ਰਿਹਾ ਵੀ ਸਿਰ ਫਟਣਾ ਚਾਹੀਦਾ ਹੈ, ਨਾ ਫਟਿਆ ਹੋਇਆ ਜਵਾਬ ਤਦ ਵੀ ਹੋ ਜੂ। ਮੈਨੂੰ ਲੱਗਦਾ ਉਹ ਠੀਕ ਹੈ, ਉਹ ਇਸ ਕਰਕੇ ਠੀਕ ਕਹਿ ਰਿਹਾ ਸੀ, ਔਰ ਸਾਡੇ ਡਿਪਟੀ ਕਮਿਸ਼ਨਰ ਵਗੈਰਾ ਇਸ ਕਰਕੇ ਠੀਕ ਕਰਦੇ ਨੇ, ਸਾਡੇ SSP ਇਸ ਕਰਕੇ ਧੱਕਾ ਕਰਦੇ ਨੇ, ਸਾਡੀ ਪੁਲਿਸ ਇਸ ਕਰਕੇ ਧੱਕਾ ਕਰਦੀ ਹੈ ਕਿਉਂਕਿ ਸਿਸਟਮ ਦਾ ਇਹ ਸਬ ਟੈਕਸਟ ਹੈ। ਜਿਸ ਵੇਲੇ ਅਸੀਂ ਇਹ ਸਿਸਟਮ ਬਣਾਇਆ ਸੀ ਕਿ ਸ਼ਹਿਰ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ ਹੋਇਆ ਕਰੇਗਾ ਤੇ ਇੱਕ SSP ਹੋਇਆ ਕਰੇਗਾ, ਉਹਦਾ ਮਤਲਬ ਸੀ ਸਾਰੀ ਸਿਵਲ ਲਾਈਫ ਤੁਹਾਡੀ DC ਦੇਖ ਲਿਆ ਕਰੇਗਾ, ਲਾ ਐਂਡ ਆਰਡਰ ਦੀ ਸਾਰੀ ਸਥਿਤੀ ਨੂੰ SSP ਦੇਖ ਲਿਆ ਕਰੇਗਾ। ਇਹ ਸਿਸਟਮ 1922 ਦਾ ਬਣਿਆ ਹੋਇਆ, 1935 ਦੇ ਐਕਟ ਵਿੱਚ ਅਸੀਂ ਇਹਨੂੰ ਰਿਵਾਈਵ ਰੱਖਿਆ। ਅੱਜ ਸਾਡੀਆਂ ਜ਼ਿੰਦਗੀਆਂ ਕਿਸ ਹੱਦ ਤੱਕ ਕੰਪਲੈਕਸ ਹੋ ਗਈਆਂ ਨੇ, ਸ਼ਹਿਰ ਕਿੰਨੇ ਫੈਲ ਗਏ ਨੇ, ਪਿੰਡ ਕਿੰਨੇ ਬਦਲ ਗਏ ਨੇ। ਅਸੀਂ ਸਿਸਟਮ ਉਹੀ ਰੱਖਿਆ ਕਿ ਇੱਕ ਡਿਪਟੀ ਕਮਿਸ਼ਨਰ ਹੋਏਗਾ। ਹੁਣ ਡਿਪਟੀ ਕਮਿਸ਼ਨਰ ਕਾਹਦਾ ਐਕਸਪਰਟ ਹੈ? ਸ਼ਹਿਰ ਦੇ ਵਿੱਚ ਜਦੋਂ ਮੀਂਹ ਆਏਗਾ ਤਾਂ ਪਾਣੀ ਕਿੱਧਰ ਨੂੰ ਵਹੇਗਾ, ਇਹਦਾ ਡਿਪਟੀ ਕਮਿਸ਼ਨਰ ਐਕਸਪਰਟ ਹੈ। ਸਬਜ਼ੀ ਦੀਆਂ ਮੰਡੀਆਂ ਕਿੱਥੇ ਲੱਗਣਗੀਆਂ, ਇਹਦਾ ਡਿਪਟੀ ਕਮਿਸ਼ਨਰ ਐਕਸਪਰਟ ਹੈ। ਬੰਬ ਸਕੁਐਡ ਕਿੱਥੇ ਹੋਣੇ ਚਾਹੀਦੇ, ਡਿਪਟੀ ਕਮਿਸ਼ਨਰ ਐਕਸਪਰਟ ਹੈ। ਫਲੱਡ ਰਿਲੇਟਡ ਪ੍ਰੋਬਲਮ, ਡਿਪਟੀ ਕਮਿਸ਼ਨਰ ਐਕਸਪਰਟ ਹੈ। ਦੁਕਾਨਾਂ ਕਿੰਨੇ ਵਜੇ ਬੰਦ ਹੋਣ, ਡਿਪਟੀ ਕਮਿਸ਼ਨਰ ਐਕਸਪਰਟ ਹੈ। ਕੋਵਿਡ ਦੇ ਵੇਲੇ ਕਿਸ ਵੇਲੇ ਪਾਬੰਦੀਆਂ ਲਾ ਦਿੱਤੀਆਂ ਜਾਣ, ਕਿਹੜਾ ਏਰੀਆ ਖੋਲ ਦਿੱਤਾ ਜਾਵੇ, ਇਹਦਾ ਡਿਪਟੀ ਕਮਿਸ਼ਨਰ ਐਕਸਪਰਟ ਹੈ। ਕੋਈ ਤਰੀਕਾ, ਕੋਈ ਜ਼ਿੰਦਗੀ ਦਾ ਹਿੱਸਾ ਹੈ ਜਿਹਦਾ ਡਿਪਟੀ ਕਮਿਸ਼ਨਰ ਐਕਸਪਰਟ ਨਹੀਂ ਹੈ ਵੀ ਸ਼ਹਿਰ 'ਚ ਫੋਰੈਸਟ ਕਿੱਥੇ ਹੋਣਾ ਚਾਹੀਦਾ ਹੈ, ਲੈਂਡ ਕਿਹੜੀ ਰਿਜ਼ਰਵ ਰੱਖਣੀ ਚਾਹੀਦੀ ਹੈ, ਕਿਹੜੀਆਂ ਕਲੋਨੀਆਂ ਨੂੰ ਰੈਗੂਲਰਾਈਜ਼ ਕਰ ਦੇਣਾ ਚਾਹੀਦਾ, ਪਾਣੀ ਕਿੰਨੇ ਵਜੇ ਆਉਣਾ ਚਾਹੀਦਾ। ਉਹਦੇ ਬਰਾਬਰ ਦੇ ਡਿਸਟ੍ਰਿਕਟ ਲੈਵਲ ਦੇ ਅਫਸਰ ਜਿਹੜੇ ਨੇ, ਡਿਸਟ੍ਰਿਕਟ ਲੈਵਲ ਦੇ ਉਹ ਸਾਰੇ ਜੀ ਹਜ਼ੂਰ ਕਰ ਦਿੱਤੇ। ਸੋ ਹੁਣ ਇੱਕ ਡਿਪਟੀ ਕਮਿਸ਼ਨਰ ਮਾਈ ਬਾਪ ਹੈ, ਇੱਕ SSP ਮਾਈ ਬਾਪ ਹੈ। ਲੁਧਿਆਣਾ 35 ਲੱਖ ਦਾ ਸ਼ਹਿਰ ਹੈ, ਇਹ ਨਿਊਜ਼ੀਲੈਂਡ ਦੀ ਆਬਾਦੀ ਤੋਂ ਰਤਾ ਕੁ ਘੱਟ ਹੈ। ਅਸੀਂ ਇਹਨੂੰ ਇੱਕ ਡਿਪਟੀ ਕਮਿਸ਼ਨਰ ਤੇ ਇੱਕ SSP ਦੇ ਸਹਾਰੇ ਛੱਡ ਦਿੰਦੇ ਹਾਂ। ਇਹ ਦਰਅਸਲ ਸਾਰੇ ਬਿਊਰੋਕ੍ਰੈਟਿਕ ਸਟੀਲ ਫਰੇਮ ਨੂੰ ਮੁੜ ਤੋਂ ਸੋਚਣ ਦਾ ਵੇਲਾ, ਤੇ ਜਿਹੜਾ ਵੀ ਮੁੜ ਤੋਂ ਸੋਚੇਗਾ ਉਹਦੇ ਵਿੱਚ ਪਾਵਰਸ ਦੀ ਡੈਲੀਗੇਸ਼ਨ ਹੋਏਗੀ, ਉਹਦੇ ਵਿੱਚ ਇਹ ਪਾਵਰਸ ਥੱਲੇ ਤੱਕ ਜਾਣਗੀਆਂ, ਟਾਊਨ ਹਾਲ ਕਾਉਂਸਲਸ ਹੋਣਗੀਆਂ, ਲੋਕਾਂ ਨੂੰ ਇਸ ਡਿਸੀਜਨ ਮੇਕਿੰਗ ਦਾ ਪਾਰਟ ਬਣਾਉਣਾ ਪਏਗਾ। ਜੇ ਲੋਕ ਪਾਰਟ ਹੁੰਦੇ ਤਾਂ ਕੀ ਅੱਜ ਜੋਸ਼ੀ ਮੱਠ ਧੱਸਦਾ ਜਾਂਦਾ? ਜੇ ਬਿਊਰੋਕਰੇਟਸ ਦੇ ਹੱਥ ਨਾ ਹੁੰਦਾ। 1946 ਤੋਂ ਲੈ ਕੇ ਰਿਪੋਰਟਾਂ ਪਈਆਂ ਸੀ ਕਿ ਇਹਦੇ ਨਾਲ ਇਹ ਹੋਏਗਾ। 50 ਸਾਲ ਤੋਂ ਉਹ ਲੋਕ ਲਗਾਤਾਰ ਬੋਲ ਰਹੇ ਸੀਗੇ ਪਰ ਕੋਈ ਨਹੀਂ ਬੋਲਿਆ। ਮਤਲਬ ਹੁਣ ਇਸ ਵੇਲੇ ਜਿੰਨਾ ਪੁਲਿਸ ਨਾਲ ਧੱਕਾ ਹੁੰਦਾ, ਕੀ ਉਹਦੇ 'ਚ ਬਿਊਰੋਕਰੇਟਸ ਦਾ ਕੋਈ ਰੋਲ ਨਹੀਂ? ਕਿਹੜੇ ਬਿਊਰੋਕਰੇਟਸ ਨੇ ਕਦੀ ਕਿਹਾ ਕਿ ਪੰਜਾਬ ਦੇ ਵਿੱਚ ਜੇ ਡਰੱਗ ਪ੍ਰੋਬਲਮ ਇੰਨੀ ਹੈ ਤਾਂ ਇਹਦੇ ਵਿੱਚ ਸਾਡਾ ਕੀ ਰੋਲ ਹੈ? ਇਦਾਂ ਲੱਗਦਾ ਜਿੱਦਾਂ ਉਹ ਪੁਲਿਸ ਦੀ ਕੋਈ ਜ਼ਰੂਰਤ, ਬਿਊਰੋਕਰੇਟ ਦਾ ਕੋਈ ਰੋਲ ਨਹੀਂ ਹੈ। ਕਿਉਂ ਕੋਈ ਬਿਊਰੋਕਰੇਟ ਮਸ਼ਹੂਰ ਹੋ ਜਾਂਦਾ ਕਿ ਬਹੁਤ ਇਮਾਨਦਾਰ ਹੈ? ਇੱਕ ਚੀਫ ਮਿਨਿਸਟਰ ਦੀ ਪਿੱਛੇ ਜੇ ਇੰਨੀ ਮੁਸ਼ਕਿਲ ਹੋ ਗਈ ਸੀ ਕਿ ਉਹਨਾਂ ਨੂੰ ਇਹੀ ਬਿਊਰੋਕਰੇਟ ਚਾਹੀਦਾ ਹੈ। ਤੁਹਾਨੂੰ ਯਾਦ ਹੈ ਉਹ ਬਿਊਰੋਕਰੇਟ ਨੂੰ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਕਿਹਾ, ਕੁਛ ਇਸ ਤਰ੍ਹਾਂ ਚੀਫ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਲਾਇਆ ਗਿਆ ਤੇ ਫਿਰ ਉਹ ਛੱਡ ਕੇ ਚਲੇ ਗਏ। ਉਹਨਾਂ ਨੇ ਕਿਹਾ ਆ ਪਿਆ ਤੁਹਾਡਾ ਅਹੁਦਾ, ਮੈਂ ਜਾ ਰਿਹਾ ਘਰ। ਫਿਰ ਚੀਫ ਮਿਨਿਸਟਰ ਦੇ ਘਰ ਜਾ ਰਹੇ ਸੀ। ਕਿਉਂ ਇੱਕ ਬਿਊਰੋਕਰੇਟ ਦੀ ਇੰਨੀ ਰੈਪੂਟੇਸ਼ਨ ਹੈ ਕਿ ਉਹ ਇੰਨਾ ਇਮਾਨਦਾਰ ਹੈ? ਇਹਦਾ ਮਤਲਬ ਬਾਕੀਆਂ ਦੀ ਰੈਪੂਟੇਸ਼ਨ ਵਿੱਚ ਪ੍ਰੋਬਲਮ ਹੈ। ਉਹ ਭਾਈ ਤੁਹਾਨੂੰ ਸਾਰਿਆਂ ਨੂੰ ਸਟ੍ਰਾਈਕ ਤੇ ਚਲੇ ਜਾਣਾ ਚਾਹੀਦਾ ਸੀ ਜੇ ਇੱਕ ਬਿਊਰੋਕਰੇਟ ਦੀ ਇੰਨੀ ਰੈਪੂਟੇਸ਼ਨ ਹੈ। ਜਾਂ ਉਹ ਬੇਈਮਾਨ ਹੋਏਗਾ ਜਾਂ ਤੁਸੀਂ ਸਾਰੇ ਫਿਰ ਬੇਈਮਾਨ। ਇਹਦੇ ਤੋਂ ਵੀ ਇਲਾਵਾ ਅਸੀਂ, ਮੈਨੂੰ ਲੱਗਦਾ ਇੱਕ ਸਵਾਲ ਇਹ ਵੀ ਹੈ ਕਿ ਅਸੀਂ ਜਿੱਥੋਂ ਕੁ ਚੱਲੇ ਸੀ ਉੱਥੋਂ ਵੀ ਕਾਫੀ ਅੱਗੇ ਵੱਧ ਕੇ ਸੈਂਟਰਲਾਈਜ਼ ਕਰਤਾ ਸਾਰਾ ਕੁਝ। ਬਿਲਕੁਲ ਪੰਜਾਬ ਦੇ ਵਿੱਚ ਖੜਕੂਬਾਦ ਆਇਆ। ਮੰਨ ਲਓ ਜਿਹੜੀ ਪਹਿਲਾਂ ਇੱਕ ਸਿਸਟਮ ਸੀ ਨਾ ਵੀ SSP ਲਾ ਐਂਡ ਆਰਡਰ ਦੇਖ ਲੂਗਾ, ਬਿਲਕੁਲ ਸਿਵਲ ਐਡਮਿਨਿਸਟ੍ਰੇਸ਼ਨ DC ਦੇਖ ਲੂਗਾ, ਅਸੀਂ ਤਾਂ ਉਦੋਂ ਵੀ ਅੱਗੇ ਲੰਘੇ ਆ ਪੰਜਾਬ ਵਾਲੇ ਜੀ। ਅਸੀਂ ਕੁਝ ਜ਼ਿਲ੍ਹੇ ਬਣਾਤੇ ਸੀ ਪੁਲਿਸ ਦੇ ਨਾ ਵੀ ਪੁਲਿਸ ਡਿਸਟ੍ਰਿਕਟ ਕਿਉਂਕਿ ਖੜਕੂਬਾਦ ਹੈ ਜੀ।
ਉਦੋਂ ਬਾਅਦ ਚੱਲਦੇ ਚੱਲਦੇ ਉਹਦੇ ਪਿੱਛੇ ਚੱਲਦੇ ਅਸੀਂ ਉਹਨੂੰ ਰੈਵਨਿਊ ਜ਼ਿਲ੍ਹਾ ਹੀ ਬਣਾਤਾ ਤੇ ਅਜੇ ਵੀ ਪੁਲਿਸ ਜ਼ਿਲ੍ਹੇ ਕਾਇਮ ਨੇ ਉਹ ਜਿਹੜੇ ਇੱਕਾ ਦੁੱਕਾ ਰਹੇ ਦੇਖੋ ਆਮ ਲੋਕ ਪੰਜਾਬ ਚ ਕਹਿੰਦੇ ਨੇ ਪੁਲਿਸ ਰਾਜ ਹੈ। ਇਦੋਂ ਪਹਿਲਾਂ ਇੱਕ ਬੈਲੈਂਸ ਬਣਾਉਣ ਦੇ ਲਈ ਡਿਪਟੀ ਕਮਿਸ਼ਨਰ ਐਸਐਸਪੀ ਦੀ ਏਸੀਆਰ ਲਿਖਦਾ ਸੀ, ਬਿਲਕੁਲ ਮੁੜ ਕੇ ਉਹ ਖਾੜਕੂਬਾਦ ਚ ਬੰਦ ਹੋ ਗਿਆ ਤੇ ਉਹ ਬੰਦ ਹੀ ਹੈ ਸਾਡੇ ਤਾਂ, ਇਹਦਾ ਮਤਲਬ ਖਾੜਕੂਬਾਦ ਉਦੋਂ ਵੀ ਚੱਲਦਾ, ਜਿਹੜੀ ਉਹ ਚੈੱਕ ਐਂਡ ਬੈਲੈਂਸ ਉਸੇ ਸਿਸਟਮ ਵੀ ਸੀ। ਮਿਲੀਟੈਂਸੀ ਨੇ ਸਾਡੇ ਤੇ ਬਿਊਰੋਕ੍ਰੈਟਿਕ ਫਰੇਮ ਨੂੰ ਬਹੁਤ ਢਾਹ ਲਾਈ ਹੈ, ਬਹੁਤ ਵੱਡੇ ਬਹੁਤ ਬੇਈਮਾਨ ਕੀਤਾ ਹੈ, ਪੁਲਿਸ ਆਫ ਫਰੇਮ ਨੂੰ ਵੀ ਬਿਊਰੋਕ੍ਰੈਟਿਕ ਫਰੇਮ ਨੂੰ ਵੀ। ਮੁੜ ਕੇ ਅਸੀਂ ਉਦੋਂ ਬਾਅਦ ਕੀ ਕੀਤਾ ਸਗੋਂ ਜ਼ਿਆਦਾ, ਅਸੀਂ ਉਹੀ ਪੈਟਰਨ ਅਪਣਾਇਆ, ਕਿੰਨੇ ਸ਼ਹਿਰਾਂ ਚ ਅਸੀਂ ਕਮਿਸ਼ਨਰੇਟ ਸਿਸਟਮ ਪੁਲਿਸ ਦਾ ਬਣਾਤਾ। ਬਿਲਕੁਲ ਉੱਥੇ ਦਾ ਡੀਸੀ ਤਾਂ ਕੀ ਕਰਦੇ, ਉੱਥੇ ਤਾਂ ਨਹੀਂ ਸੈਮੀ ਜੁਡੀਸ਼ੀਅਲ ਪਾਵਰਸ ਵਰਚੁਅਲੀ ਦਿੱਤੇ, ਕੁਆਸੀ ਜੁਡੀਸ਼ੀਅਲ ਪਾਵਰ ਉਹ ਵੀ ਪੁਲਿਸ ਨੂੰ ਉਹਨਾਂ ਦੇਤੀਆਂ ਉਸ ਪੱਧਰ ਦੇ ਉੱਤੇ। ਮਤਲਬ ਜਿਹੜਾ ਮੇਰਾ ਕਹਿਣ ਦਾ ਸੀ ਕਿ ਇੰਪਰੂਵ ਕਰਨ ਦਾ ਸਵਾਲ, ਇੱਕ ਸਵਾਲ ਨਾ ਕਈ ਲੀਡਰ ਉਠਾਉਂਦੇ ਸੀ, ਜਿੱਥੇ ਦਾ ਟੌੜਾ ਮੈਂ ਕਈ ਵਾਰ ਸੁਣੇ ਨੇ ਵੀ ਸਾਡੇ ਵਰਗੀਆਂ ਸਟੇਟਾਂ ਨੂੰ ਇਹ ਆਲ ਇੰਡੀਆ ਸਰਵਿਸ ਤੇ ਅਸੀਂ ਕੀ ਲੈਣਾ, ਜਿਹੜੇ ਸਾਡੇ ਗੱਲ ਨਹੀਂ ਮੰਨਦੇ। ਸਾਡੇ ਪੀਸੀਐਸ ਹੈਗੇ ਨੇ, ਸਾਡੀਆਂ ਪ੍ਰੋਵਿੰਸ਼ਨਲ ਸਰਵਿਸਿਜ਼ ਹੈਗੀਆਂ ਨੇ, ਅਸੀਂ ਤਾਂ ਉਹਨਾਂ ਮੁਤਾਬਕ ਚਲਾਇਆ ਕਰਾਂਗੇ ਸਟੇਟ। ਇਹ ਗੱਲ ਸਾਨੂੰ ਕਰ ਲੈਣੀ ਚਾਹੀਦੀ ਹੈ, ਸਾਨੂੰ ਨਹੀਂ ਚਾਹੀਦੀ ਇਸ ਲੈਵਲ ਦੇ। ਹਾਲਾਂਕਿ ਉਹ ਬਹੁਤ ਬੜਾ ਇੱਕ ਕਨਫੈਡਰਲ ਤੇ ਇੱਕ ਫੈਡਰਲ ਇਸ਼ੂ ਸੀ, ਇਕੱਲਾ ਇਹ ਕਹਿਣ ਦਾ ਸਵਾਲ। ਇਹਦਾ ਮਤਲਬ ਇਹ ਹੈ ਕਿ ਸੈਂਟਰਲਾਈਜੇਸ਼ਨ ਤਾਂ ਇੱਧਰ ਵੀ ਉਦੋਂ ਸਗੋਂ ਜ਼ਿਆਦਾ ਵਧਣ ਲੱਗੀ। ਗਵਰਨਰ ਸਾਹਿਬ ਨੇ ਕੱਲ ਕੀ ਕੀਤਾ ਤਾਮਿਲਨਾਡੂ ਦੇ ਵਿੱਚ, ਬਿਲਕੁਲ ਰਵੀ ਉਹਨਾਂ ਨੇ ਉਹ ਕਹਿੰਦੇ ਮੈਂ ਨਹੀਂ ਪੜਦਾ ਤੁਹਾਡੇ ਜਿਹੜਾ ਪ੍ਰੋਟੋਕੋਲ ਮੁਤਾਬਕ ਤੁਸੀਂ ਦਿੱਤਾ, ਮੈਂ ਆਪਣੇ ਹਿੰਦੁਸਤਾਨ ਦੇ ਸੰਵਿਧਾਨ ਨੂੰ ਨਹੀਂ ਮੰਨਦਾ, ਮੈਂ ਨਹੀਂ ਮੰਨਦਾ। ਤੇ ਨਹੀਂ ਮੰਨਿਆ ਉਹਦੇ ਤੇ ਕਿਸੇ ਨੇ ਨਹੀਂ ਕਹਿਣਾ। ਇੱਕ ਤਾਂ ਉਹ ਸੈਂਟਰਲਾਈਜ਼ ਕਰਕੇ ਆ ਰਹੇ ਨੇ, ਦੂਜਾ ਆਲ ਇੰਡੀਆ ਸਰਵਿਸ ਜਿਸ ਤਰੀਕੇ ਦੇ ਨਾਲ ਸਾਡੇ ਹੋ ਰਹੀਆਂ ਨੇ, ਨਾਰਮਲੀ ਇੱਕ ਟ੍ਰੈਂਡ ਚੇਂਜ ਹੋਇਆ ਸਾਡੇ। ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਬਿਊਰੋਕ੍ਰੇਸੀ ਲੱਗੂ, ਖਾਸ ਤੌਰ ਤੇ ਮਿਲੀਟੈਂਸੀ ਤੋਂ ਬਾਅਦ, ਖਾਸ ਤੌਰ ਤੇ 84 ਤੋਂ ਬਾਅਦ, ਤੇ ਬਹੁਤ ਜ਼ਿਆਦਾ ਜਿਹੜਾ ਉਹਦਾ ਕਾਡਰ ਚੇਂਜ ਦਾ ਜਿਹੜੀ ਆਪਸ਼ਨਾਂ ਨੇ ਪੰਜਾਬੀ ਬੰਦੇ ਲਈ, ਖਾਸ ਤੌਰ ਤੇ ਕਮਿਊਨਿਟੀ ਲਈ, ਉਹਦੇ ਚ ਵੀ ਤਬਦੀਲੀ ਹੋਈ ਹੈ। ਜਿਹੜੇ ਲੋਕ ਦੇਖਦੇ ਨੇ, ਕਿਉਂਕਿ ਜਿੱਥੇ ਜਿੱਥੇ ਤੁਸੀਂ ਰਾਜ ਕਰਦੇ ਹੋ ਇਹਨਾਂ ਚੀਜ਼ਾਂ ਨੂੰ ਵੀ ਤਾਂ ਦੇਖਣਾ ਹੁੰਦਾ ਨਾ, ਸਾਰੀਆਂ ਚੀਜ਼ਾਂ ਨੂੰ, ਕਿ ਕਿਵੇਂ ਲੋਕਾਂ ਦੇ ਸੈਂਟੀਮੈਂਟ ਦਾ ਕੁਐਸਚਨ ਹੈ, ਸਾਰੀਆਂ ਚੀਜ਼ਾਂ ਉਹਨਾਂ ਦੀ ਕਾਸਟ ਕੰਪੋਜੀਸ਼ਨ ਅਫੈਕਟ ਕਰਦੀ ਹੈ, ਬਹੁਤ ਚੀਜ਼ਾਂ ਕਰਦੀ ਹੈ। ਜੇ ਲੋਅਰ ਕਾਸਟ ਕਿਹੜੇ ਅਫਸਰਾਂ ਨੂੰ, ਕਿਹੜੀ ਕਾਸਟ ਦੇ ਅਫਸਰਾਂ ਨੂੰ ਕਿਸ ਕਿਸਮ ਦੀਆਂ ਪਾਵਰਸ ਨੇ, ਉਹਨਾਂ ਨੂੰ ਕਿਹੋ ਜਿਹੀਆਂ ਪੋਜੀਸ਼ਨਸ ਤੇ ਲਾਇਆ ਜਾਂਦਾ ਹੈ। ਆ ਜੁਡੀਸ਼ਰੀ ਦਾ ਆ ਗਿਆ ਨਾ ਡਾਟਾ, ਹੁਣ ਸਰਕਾਰ ਨੂੰ ਪਾਰਲੀਮੈਂਟ ਦੇ ਸਾਹਮਣੇ ਰੱਖਣਾ ਪਿਆ ਕਿ ਕਿੰਨੇ % ਸਾਡੀ ਜੁਡੀਸ਼ਰੀ ਦੇ ਵਿੱਚ 76% ਜੱਜ ਤੁਸੀਂ ਕਿਹਦੇ ਲਾਉਂਦੇ, 76% ਜੱਜ ਤੁਹਾਡੇ ਅਪਰ ਕਾਸਟ ਦੇ ਨੇ, ਮਤਲਬ ਔਰ ਦੇਸ਼ ਦੇ ਵਿੱਚ ਜਿਹਦਾ ਕਿੰਨਾ ਹਿੱਸਾ ਹੈ ਤੇ ਉਹਨਾਂ ਦਾ ਰਾਜ ਕਿੰਨਾ ਕੁ ਹੈ। ਇਹ ਸਾਰੇ ਬੜੇ ਮੇਜਰ ਕੁਐਸਚਨ ਨੇ। ਮੈਂ ਇਹ ਵੀ ਪੜਿਆ ਅਖਬਾਰਾਂ ਦੇ ਵਿੱਚ ਕਿ ਜਿਹੜੇ ਗਿਲੇ ਸ਼ਿਕਵੇ ਕੀਤੇ ਨੇ, ਇੱਕ ਤੇ ਪਰਵਾਨਾ ਜੀ ਦੇ ਬੇਟੇ ਜਿਹੜੇ ਅਫਸਰ ਸੀਗੇ ਐਸਪੀ ਸਿੰਘ, ਮੇਰੇ ਨੇਮਸੇਕ, ਉਹਨਾਂ ਨੂੰ ਕਿਸ ਤਰੀਕੇ ਨਾਲ ਫੜਿਆ ਗਿਆ, ਇੱਕ ਇਹ ਸੀ। ਦੂਸਰਾ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਸੰਜੇ ਪੋਪਲੀ ਹਰਾਂ ਦੇ ਬੇਟੇ ਦੀ ਜਿਹੜੀ ਮੌਤ ਹੋਈ ਹੈ, ਉਹ ਵੀ ਸੀਨੀਅਰ ਆਈਐਸ ਅਫਸਰ ਸਨ। ਇਸ ਵੇਲੇ ਮੇਰੇ ਖਿਆਲ ਉਹ ਖਾਣਾ ਸਰਕਾਰ ਦਾ ਖਾ ਰਹੇ ਨੇ ਜਾਂ ਘਰ ਦਾ ਖਾ ਰਹੇ ਨੇ, ਸਰਕਾਰ ਦਾ ਹੀ ਖਾਣਾ ਖਾ ਰਹੇ ਨੇ, ਤੇ ਉਹਨਾਂ ਦੇ ਬੇਟੇ ਦੀ ਮੌਤ ਹੋਈ ਆ। ਉਹ ਮੂੰਹ ਬੋਲਦੀ ਉਦਾਹਰਨ ਹੈ, ਇਹ ਬਿਲਕੁਲ ਠੀਕ ਆ। ਜੇ ਕਿਸੇ ਦਾ ਬੇਟਾ, ਚਾਹੇ ਉਹ ਸੁਸਾਈਡ ਨਾਲ ਗਿਆ, ਕਿਹੜੇ ਵੀ ਸ਼ੱਕੀ ਹਾਲਾਤ, ਬੜੇ ਦਿਲ ਨੂੰ ਦਰਦ ਹੁੰਦਾ। ਮੈਨੂੰ ਲੱਗਦਾ ਬਿਊਰੋਕਰੈਟਸ ਨੂੰ ਨਾਲ ਹੀ ਇਹ ਵੀ ਮੈਂਸ਼ਨ ਕਰ ਦੇਣਾ ਚਾਹੀਦਾ ਸੀ ਕਿ ਜਿਹੜੀਆਂ ਉਹਨਾਂ ਦੇ ਘਰੋਂ 12 ਕਿਲੋ ਦੀਆਂ ਸੋਨੇ ਦੀਆਂ ਇੱਟਾਂ ਮਿਲੀਆਂ ਨੇ, ਥੋੜਾ ਉਹਦਾ ਜ਼ਿਕਰ ਵੀ ਹੋ ਜਾਂਦਾ। ਜਿਹੜੀਆਂ ਚਾਂਦੀ ਦੀਆਂ ਇੱਟਾਂ ਮਿਲੀਆਂ ਨੇ, ਥੋੜਾ ਉਹਦਾ ਜ਼ਿਕਰ ਹੋ ਜਾਂਦਾ। ਜਿਹੜੇ ਆਈਫੋਨ ਨਵੇਂ ਡੱਬਿਆਂ ਦੇ ਡੱਬੇ ਮਿਲੇ ਨੇ, ਸਮਾਰਟ ਵਾਚਿਸ ਸੈਮਸੰਗ ਦੀਆਂ ਮਿਲੀਆਂ ਨੇ, ਉਹਨਾਂ ਦਾ ਵੀ ਜ਼ਿਕਰ ਹੋ ਜਾਂਦਾ। ਬਲਕਿ ਉਹਨਾਂ ਨੂੰ ਬਿਊਰੋਕਰੈਟਸ ਨੂੰ ਸਟ੍ਰਾਈਕ ਕਰ ਦੇਣੀ ਚਾਹੀਦੀ ਸੀ ਕਿ ਸਾਰੇ 10 ਨੋਆਂ ਦੀ ਕਿਰਤ ਦੀ ਕਮਾਈ ਹੈ, ਬਿਊਰੋਕਰੈਟ ਨੇ ਆਪਣੀ ਮਿਹਨਤ ਨਾਲ ਆਪਣਾ ਦਿਮਾਗ ਵਰਤ ਕੇ ਕਮਾਏ ਨੇ। ਇਹ ਤਾਂ ਬੜੀ ਮਾੜੀ ਗੱਲ ਹੈ ਕਿ ਬਿਜ਼ਨਸ ਵਾਲੇ ਜਾ ਕੇ ਉਹ ਛਾਪਾ ਮਾਰ ਕੇ ਉਹਨਾਂ ਦੇ ਘਰੋਂ ਸੋਨੇ ਦੀਆਂ ਇੱਟਾਂ ਲੈ ਆਏ ਨੇ। ਕਿਸੇ ਦੀ ਮਿਹਨਤ ਨਾਲ ਕੀਤੀ ਕਮਾਈ ਜਿਹੜੀ ਇਸ ਤਰ੍ਹਾਂ ਨਹੀਂ ਲਿਆਣੀ ਚਾਹੀਦੀ। ਸੋ ਇਹ ਜਿੰਨੀਆਂ ਪੰਜਾਬ ਦੇ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਬਣ ਰਹੀਆਂ ਨੇ ਤੇ ਵੱਡੀਆਂ ਕਾਰਾਂ ਘੁੰਮ ਰਹੀਆਂ ਨੇ ਤੇ ਲੋਕ ਪੰਜਾਬ ਦੀ ਤਰੱਕੀ ਦੇਖ ਰਹੇ ਨੇ, ਲੋਕਾਂ ਨੂੰ ਸ਼ੁਕਰ ਅਸਲ 'ਚ ਮਨਾਉਣਾ ਚਾਹੀਦਾ ਹੈ ਕਿ ਸਾਡੇ ਬਿਊਰੋਕਰੈਟਸ ਨੂੰ, ਸਾਡੇ ਸੀਨੀਅਰ ਪੁਲਿਸ ਅਫਸਰਾਂ ਨੂੰ, ਰਿਟਾਇਰਡ DIG ਤੇ DGPs ਤੱਕ ਨੂੰ, ਸਾਰਿਆਂ ਨੂੰ ਇਹ ਕਿਰਤ ਕਮਾਈ ਦਾ ਕੋਈ ਐਸਾ ਵੱਲ ਆ ਗਿਆ ਹੈ, ਕੋਈ ਐਸਾ ਪਰਮਾਤਮਾ ਨੇ ਇਹਨਾਂ ਨੂੰ ਸ਼ਫਕਤ ਪ੍ਰਦਾਨ ਕੀਤੀ ਹੈ ਕਿ ਇਹਨਾਂ ਦੇ ਵਾਰੇ ਨਿਆਰੇ ਹੋ ਰਹੇ ਨੇ ਤੇ 10 ਨੋਆਂ ਦੀ ਕਿਰਤ ਇਹਨਾਂ ਦੀ ਦੇਖੋ ਬਰਕਤ ਪਾ ਰਿਹਾ ਅਕਾਲ ਪੁਰਖ। ਇਹ ਤਾਂ ਲੋਕਾਂ ਨੂੰ ਬਹੁਤ ਧੰਨਵਾਦੀ ਹੋਣਾ ਚਾਹੀਦਾ ਤੇ ਬਿਊਰੋਕਰੈਟਸ ਨੂੰ ਸਟ੍ਰਾਈਕ ਕਰਨੀ ਚਾਹੀਦੀ ਹੈ ਕਿ ਉਹਨਾਂ ਦੇ ਉੱਤੇ ਇਹੋ ਜਿਹੀਆਂ ਤੋਹਮਤਾਂ ਲੱਗ ਰਹੀਆਂ ਨੇ। ਕੋਠੀਆਂ ਦੇ ਸਾਹਮਣੇ ਇੱਕ ਵੱਡਾ ਸਾਰਾ ਜਲੂਸ ਕਢਾਉਣਾ ਚਾਹੀਦਾ ਹੈ ਕਿ 10 ਨੋਆਂ ਦੀ ਕਿਰਤ ਨਾਲ ਅਸੀਂ ਇੰਨੀ ਤਰੱਕੀ ਕਰ ਸਕਦੇ ਹਾਂ, ਤੇ ਫਿਰ ਪੰਜਾਬ ਦੇ ਲੋਕ ਹੀ ਮਿਹਨਤਾਂ ਨਹੀਂ ਕਰ ਰਹੇ ਹੋਣਗੇ। ਪੰਜਾਬ ਦੇ ਖੇਤਾਂ ਦੇ ਵਿੱਚ ਕਿਸਾਨ ਰੁਲ ਰਿਹਾ ਹੋਏਗਾ ਜਿਹੜਾ ਮਿੱਟੀ 'ਚ ਮਿੱਟੀ ਹੋਇਆ ਤੇ ਜਿਹਦੇ ਤੋਂ ਵਿਚਾਰਾ MSP ਦਾ ਭਾਅ ਮੰਗਦਾ, ਪੁਲਿਸ ਦੀਆਂ ਡਾਂਗਾ ਖਾਂਦਾ, ਤੇ SDM ਜਿਹਦੇ ਬਾਰੇ ਕਹਿੰਦਾ ਕਿ ਇਹਨਾਂ ਦਾ ਸਿਰ ਫਾੜ ਦੇਣਾ ਚਾਹੀਦਾ। ਇਹ ਤਾਂ ਉਹਨਾਂ ਦੀ ਪ੍ਰੋਬਲਮ ਹੋਏਗੀ। ਦੂਜੇ ਪਾਸੇ ਸਰਕਾਰ ਨੇ ਵੀ ਅਜੇ ਤੱਕ ਨਾ ਖੁੱਲ ਕੇ ਕੁਝ ਨਹੀਂ ਕਿਹਾ। ਉਹ ਕਹਿੰਦੇ ਅਸੀਂ ਸਾਰੇ ਮਾਸ ਲੀਵ ਤੇ ਚਲੇ ਗਏ ਆ। ਹਾਂ, ਮਾਸ ਲੀਵ ਤੁਸੀਂ ਦਿੱਤੀ ਹੈ ਕਿ ਨਹੀਂ ਦਿੱਤੀ? ਕਿਸੇ ਨੂੰ ਕਿਹਾ ਨੋ ਵਰਕ ਨੋ ਪੇਰ ਲਾਗੂ ਕਰ ਦਾਂਗੇ। ਐਸੈਂਸ਼ੀਅਲ ਸਰਵਿਸ ਐਕਟ ਤੁਹਾਡੇ ਤੇ ਵੀ ਲਾਗੂ ਹੁੰਦਾ ਹੈ, ਇਹ ਇਕੱਲੇ ਸਿੰਪਲ ਮੁਲਾਜ਼ਮਾਂ ਤੇ ਨਹੀਂ ਹੁੰਦਾ ਜਾਂ ਬਾਕੀ ਤੇ ਨਹੀਂ ਹੁੰਦਾ। ਅਧਿਆਪਕਾਂ ਦੇ ਉੱਤੇ ਲਾਗੂ ਕਰਨ ਲਈ ਰੱਖਿਆ ਨਾ, ਛੋਟੇ ਮੁਲਾਜ਼ਮਾਂ ਦੇ ਉੱਤੇ ਲਾਗੂ ਉਹਨਾਂ ਤੇ ਨਹੀਂ। ਤੇ ਇਹ ਕਿਹਨੇ ਕਿਹਾ ਵੀ ਉਹਨਾਂ ਦੀ ਮੰਨ ਲਈ ਗਈ ਹੈ? ਉਹ ਮਾਸ ਲੀਵ ਤੇ ਨੇ, ਲੀਵ ਤੇ ਨੇ ਬਹਿ ਗਏ ਆਪੀ ਲੈ ਕੇ। ਇਹਦੇ ਤੇ ਰਿਐਕਸ਼ਨ ਸਰਕਾਰ ਦਾ ਕੀ ਹੈ ਕਿ ਕਿਸ ਤਰੀਕੇ ਦਾ ਸਵਾਲ ਹੈ? ਸਾਡੀ ਬਿਊਰੋਕ੍ਰੇਸੀ ਦਾ ਦਰਦ ਦੇਖੋ। ਪੰਜਾਬ ਦੇ ਲੋਕਾਂ ਲਈ ਕਿਹਾ
ਕਿ ਸਾਰੀ ਮਿਡਲ ਤੇ ਅਪਰ ਲੈਵਲ ਦੀ ਬਿਊਰੋਕ੍ਰੇਸੀ ਸਟ੍ਰਾਈਕ ਕਰਨ ਨੂੰ ਫਿਰਦੀ ਆ। ਮਤਲਬ ਅੱਜ ਸੂਬੇ ਦੇ ਵਿੱਚ ਕੋਈ ਲਾਅ ਐਂਡ ਆਰਡਰ ਸਥਿਤੀ ਹੋ ਜਾਵੇ, ਗੱਲ ਤੇ ਸਾਨੂੰ ਯਾਦ ਕਰਾਇਆ ਜਾਂਦਾ ਜੀ ਧਿਆਨ ਰੱਖਣਾ ਜੀ ਬਾਰਡਰ ਦਾ ਸੂਬਾ ਹੈ, ਧਿਆਨ ਰੱਖਣਾ ਜੀ ਸੁਰੱਖਿਆ ਦੇ ਮਾਮਲੇ ਹੋ ਸਕਦੇ ਨੇ। ਅੱਜ ਕਿਧਰੇ ਜਗਰਾਵਾਂ 'ਚ, ਕਿਧਰੇ ਨੌਸ਼ਹਿਰਾਵਾਂ ਜਾਂ ਨੰਗਲ ਸਿੰਘ 'ਚ, ਕਿਧਰੇ ਭੁੱਚੋ ਮੰਡੀ 'ਚ, ਕਿਧਰੇ ਬਟਾਲੇ 'ਚ, ਕਿਧਰੇ ਲੁਧਿਆਣੇ 'ਚ, ਇੰਡਸਟਰੀਅਲ ਏਰੀਆ 'ਚ ਕੋਈ ਝਗੜਾ ਹੋ ਜਾਏ, ਕਿਤੇ ਲਾਠੀ ਚਾਰਜ ਕਰਨਾ ਪੈ ਜਾਏ, ਹੁਕਮ ਦੇਣ ਵਾਲਾ ਕੋਈ ਮੈਜਿਸਟ੍ਰੇਟ ਅਸਾਂ ਡੈਲੀਗੇਸ਼ਨ ਤੇ ਮੰਗਵਾਣਾ ਹਰਿਆਣੇ ਤੋਂ, ਕਿਉਂਕਿ ਜਿਹੜਾ ਲੋਕਲ ਹੈ ਉਹ ਤੇ ਸਟ੍ਰਾਈਕ ਤੇ ਹੈ। ਨਹੀਂ ਤਾਂ ਇਹਦੀ ਤਾਂ ਇਮੀਡੀਏਟ ਕੋਈ ਨਾ ਕੋਈ ਬੰਦੋਬਸਤ ਕਰਨਾ ਚਾਹੀਦਾ ਸਰਕਾਰ ਨੂੰ। ਮੈਨੂੰ ਲੱਗਦਾ ਸਰਕਾਰ ਨੂੰ ਇਹ ਤਾਂ ਕੰਸਟੀਟਿਊਸ਼ਨਲ ਕ੍ਰਾਈਸਿਸ ਹੈ। ਪੰਜਾਬ ਗਵਰਨਮੈਂਟ ਉੱਥੋਂ ਮੰਗਦੀ, ਦਿੱਲੀ ਤੋਂ ਮੰਗਦੀ, ਜਿਹਦੇ ਤੋਂ ਮਰਜ਼ੀ ਮੰਗਦੀ, ਮੈਜਿਸਟ੍ਰੇਟ ਚਾਹੀਦੇ ਨੇ। ਕੀ ਕਰੀਏ, ਕਿੱਥੋਂ ਮੰਗ ਲੈਣਾ ਚਾਹੀਦਾ ਇੱਕ ਗਵਾਂਢੀ ਸਟੇਟਾਂ ਤੋਂ ਹੁਣ ਵੀ ਕੋਈ ਬਿਊਰੋਕਰੇਟ ਸਾਡੇ ਭੇਜ ਦਿਓ, ਸਾਡੇ ਵਾਲੇ ਤਾਂ ਕੰਮ ਕਰਨੋਂ ਗਏ, ਉਹ ਤਾਂ ਲਿਖ ਕੇ ਕਹਿ ਗਏ ਨੇ। ਇਹ ਤਾਂ ਵਿਦਾਵਾ ਦਿੱਤੀ ਬੈਠੇ ਨੇ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਸਾਡਾ ਵਿਦਾਵਾ ਹੈ, ਸਾਡੇ ਤੇ ਭੀੜ ਬਣਾਈ ਹੈ, ਸਾਡੇ ਇੱਕ ਬੰਦੇ ਨੇ ਆ ਮਾੜੀ ਮੋਟੀ ਥੋੜੇ ਜਿਹੇ ਕਰੋੜਾਂ ਦੀ ਬੇਈਮਾਨੀ ਕੀਤੀ, ਤੁਸੀਂ ਬੰਦਾ ਚੱਕ ਕੇ ਲੈ ਜਾਂਦੇ ਹੋ। ਯਾਰ ਇਹ ਕੋਈ ਤਰੀਕਾ ਹੈਗਾ ਕਿੱਡੇ ਕੋ? ਮਤਲਬ ਹੁਣ 12 ਇੱਟਾਂ ਸੋਨੇ ਦੀਆਂ ਕਿਸੇ ਨੇ ਬਣਾ ਲਿਆ। ਦੇਖੋ ਸਾਰੀ ਉਮਰ ਬਿਊਰੋਕਰੇਟ ਮਿਹਨਤ ਕਰਦਾ ਜੀ, ਬਹੁਤ ਮੁਸ਼ਕਿਲ ਹੈ UPSC ਦਾ ਇਮਤਿਹਾਨ ਪਾਸ ਕਰਨਾ ਔਰ ਉਹਦੇ ਚੋਂ ਇਸ ਤਰੀਕੇ ਨਾਲ ਕਮਾਈਆਂ ਕਰਨੀਆਂ। ਇਹ ਕੋਈ ਆਸਾਨ ਕੰਮ ਨਹੀਂ ਹੈ। ਸਾਨੂੰ ਆਉਂਦਾ ਹੁੰਦਾ ਅਸੀਂ ਨਹੀਂ ਕਰ ਲੈਂਦੇ, ਜਿਨ੍ਹਾਂ ਨੂੰ ਆਉਂਦਾ ਉਹ ਕਰਦੇ ਨੇ, ਬਾਕੀਆਂ ਨੂੰ ਸਿੱਖਣਾ ਚਾਹੀਦਾ। ਅਸੀਂ ਸਟੇਟ ਨੂੰ ਮੈਸੇਜ ਕੀ ਦੇ ਰਹੇ ਹਾਂ? ਸਾਡੇ ਅਸਲ 'ਚ ਪੋਲੀਟੀਸ਼ੀਅਨ ਨੇ ਇਹ ਗੱਲ ਕਰਨੀ ਛੱਡ ਦਿੱਤੀ ਹੈ ਕਿ ਮੈਂ ਰੋਲ ਮਾਡਲ ਹਾਂ, ਮੈਂ ਇਸ ਤਰ੍ਹਾਂ ਜੀਵਾਂਗਾ, ਤੁਸੀਂ ਉਸ ਤਰ੍ਹਾਂ ਜੀਓਗੇ। ਜੇ ਪੋਲੀਟੀਸ਼ੀਅਨ ਰੋਲ ਮਾਡਲ ਹੋਏਗਾ, ਬਿਊਰੋਕਰੇਟ ਇਸ ਕਿਸਮ ਦੇ ਕਾਰੇ ਨਹੀਂ ਕਰ ਸਕੇਗਾ। ਜੇ ਬਿਊਰੋਕਰੇਟ ਆਪਣੀ ਸਟਰੈਂਥ ਤੇ ਖੜਾ ਹੋਏਗਾ, ਪੁਲਿਸ ਅਫਸਰ ਉਹਦੇ ਸਾਹਮਣੇ ਨਹੀਂ ਬੋਲ ਸਕੇਗਾ। ਅਸੀਂ ਪੁਲਿਸ ਰਾਜ ਬਣਾ ਰੱਖਿਆ, ਅਸੀਂ ਬਿਊਰੋਕਰੇਟ ਰਾਜ ਬਣਾ ਰੱਖਿਆ। ਅਸੀਂ ਇਸ ਵੇਲੇ ਪੰਜਾਬ ਦੇ ਵਿੱਚ ਅਪਰਾਧਿਕ ਪੁਲਿਸ, ਬਿਊਰੋਕਰੇਟ, ਪੋਲੀਟੀਸ਼ੀਅਨ ਦਾ ਗੁੰਡਾ ਰਾਜ ਬਣਾ ਰੱਖਿਆ। ਇਹ ਵੋਰਾ ਕਮੇਟੀ ਦੀ ਰਿਪੋਰਟ ਨੇ 1993 ਵਿੱਚ ਕਿਹਾ ਸੀ, ਇਹ ਅੱਜ ਵੀ 16 ਆਨੇ ਸੱਚ ਹੈ। ਮੈਨੂੰ ਲੱਗਦਾ ਸੀ ਕਿ ਚੀਫ ਮਿਨਿਸਟਰ ਸਾਹਿਬ ਇਹਦੇ ਤੇ ਤੁਰੰਤ ਕੈਬਨਿਟ ਸੱਦਣਗੇ ਸ਼ਾਇਦ, ਔਰ ਮੰਤਰੀ ਮੰਡਲ ਦੀ ਮੀਟਿੰਗ ਸੱਦ ਕੇ ਵੀ ਸਾਰੀ ਬਿਊਰੋਕ੍ਰੇਸੀ ਤਾਂ ਕੰਮ ਛੱਡੀ ਬੈਠੀ ਹੈ, ਕੋਈ ਕੈਬਨਿਟ ਕੋਈ ਚਾਰਾ ਕਰੇ, ਕੈਬਨਿਟ 'ਚ ਕੋਈ ਨਾ ਕੋਈ ਏਜੰਡਾ ਇਸ ਲੈਵਲ ਦਾ ਐਕਸ਼ਨ ਲਿਆ ਜਾਏ ਉਸ ਲੈਵਲ ਦੇ ਉੱਤੇ। ਔਰ ਨਾਲ ਦੀ ਨਾਲ ਦੂਜੀ ਗੱਲ ਉਹ ਦਫ਼ਤਰ ਆਉਣ ਤੇ ਚੀਫ ਸੈਕਟਰੀ ਨੂੰ ਕੱਲ੍ਹ ਤੱਕ ਦਾ ਸਮਾਂ ਦਿੱਤਾ ਕਿ ਵਿਜੀਲੈਂਸ ਦੇ ਕੇਸ 'ਚ ਉਹਨਾਂ ਨੇ ਪ੍ਰੋਟੋਕੋਲ ਫੋਲੋ ਕੀਤਾ, ਉਹ ਪ੍ਰੋਸੀਜਰ ਜਿਹੜਾ ਸਟੈਂਡਰਡ ਪ੍ਰੋਸੀਜਰ ਆਪਰੇਟਿਵ ਪ੍ਰੋਸੀਜਰ ਹੈ, ਜੇ ਚੀਫ ਸੈਕਟਰੀ ਤਲਾਸ਼ ਕਰਕੇ ਦੱਸੇਗਾ ਹਜੇ ਜੀ ਤਾਂ ਇਦੋਂ ਪਹਿਲਾਂ ਉਹ ਅਫਸਰ ਕਿਵੇਂ ਹੈ ਵੀ ਜਿਹਨੂੰ ਇਹ ਨਹੀਂ ਪਤਾ, ਜਿਹਦੇ ਟਿਪਸ ਤੇ ਨਹੀਂ, ਉਦੋਂ ਚੀਫ ਮਿਨਿਸਟਰ ਦੀ ਪਤਾ ਕਿ ਮੈਂ ਦਿੱਤੀ ਹੈ ਪਰਮਿਸ਼ਨ ਕਿ ਨਹੀਂ, ਨਾ ਦਿੱਤੀ ਹੈ ਕਿ ਨਹੀਂ, ਜਿਹੜੇ ਚੀਫ ਮਿਨਿਸਟਰ ਦੇ ਕੋਲ ਬਿਨਾਂ ਤਿਆਰੀ ਤੋਂ ਚਲੇ ਗਏ ਤੁਹਾਡੇ ਸਾਹਮਣੇ ਇੱਕ ਇਸ਼ੂ ਆਇਆ, ਬਿਲਕੁਲ ਉਸ ਇਸ਼ੂ ਨੂੰ ਚੀਫ ਮਿਨਿਸਟਰ ਕੋਲ ਜਾ ਰਹੇ ਹੋ, ਤੁਹਾਡੇ ਤੋਂ ਸਵਾਲ ਪੁੱਛਿਆ ਜਾਣਾ। ਔਰ ਮੈਨੂੰ ਇੱਕ ਗੱਲ ਹੋਈ ਸੀ ਪਹਿਲਾਂ, ਤੁਸੀਂ ਸ਼ਾਇਦ ਉਸ ਪ੍ਰੈਸ ਕਾਨਫਰੰਸ 'ਚ ਉਦੋਂ ਸੀਗੇ ਜਾਂ ਨਹੀਂ, ਬਾਦਲ ਸਾਹਿਬ ਦੀ ਪ੍ਰੈਸ ਕਾਨਫਰੰਸ ਜੀ, ਉਦੋਂ ਦੇ ਪ੍ਰਿੰਸੀਪਲ ਸੈਕਟਰੀ ਨੇ ਕਹਿਤਾ ਜੀ ਇਹ ਮਾਮਲਾ, ਮੈਂ ਇੱਕ ਸਵਾਲ ਕੀਤਾ ਸੀ, ਉਹ ਕਹਿੰਦੇ ਜੀ ਇਹ ਤਾਂ ਹੋ ਚੁੱਕਾ ਜੀ ਫਾਈਲ। ਮੇਰੇ ਮੂੰਹ ਮੁੜ ਕੇ ਨਿਕਲਿਆ ਜੀ ਮੈਂ ਪੱਤਰਕਾਰੀ ਛੱਡ ਦੂੰਗਾ, ਨਹੀਂ ਅੱਜ ਹੁਣ ਤੱਕ ਫਾਈਲ ਤੇ ਦਸਖਤ ਨਹੀਂ ਹੋਏ, ਤੁਹਾਡੇ ਸਾਹਮਣੇ ਮੈਂ ਦਾਅਵਾ ਕਰਦਾ, ਕਿਉਂਕਿ ਮੇਰੀ ਇਨਫੋਰਮੇਸ਼ਨ ਸਾਇਲੈਂਸ ਹੋ ਗਈ ਵੀ ਇਹ ਕੀ ਹੋਇਆ ਵੀ। ਔਰ ਬਾਦਲ ਸਾਹਿਬ ਨੇ ਕੁਝ ਨਹੀਂ ਕਿਹਾ, ਕਹਿੰਦਾ ਕੋਈ ਗੱਲ ਨਹੀਂ ਜੀ ਹੋ ਗਿਆ, ਸਮਝ ਲਓ ਫਲਾਨਾ ਹੈ, ਨਾ ਪ੍ਰਿੰਸੀਪਲ ਸੈਕਟਰੀ ਨੂੰ ਕੁਝ ਕਿਹਾ ਮੁੜ ਕੇ ਤੇ ਨਾ ਕਿਸੇ ਨੂੰ ਹੋਰ ਕਿਹਾ। ਤੇ ਇਹੋ ਜਿਹਾ ਕੰਮ ਇਹ ਪ੍ਰਿੰਸੀਪਲ ਸੈਕਟਰੀ ਤੇ ਚੀਫ ਸੈਕਟਰੀ ਇਸ ਤਰੀਕੇ ਨਾਲ ਕਰ ਰਹੇ ਨੇ ਜੀ। ਜੇ ਆਡੀਅנס ਪ੍ਰੈਸ਼ਰ ਨਾ ਆਵੇ ਤੇ ਮੇਰੇ ਕੋਲੋਂ ਕਿਸੇ ਕਹਾਣੀਆਂ ਪੜ੍ਹਨ ਨੇ ਜਦੋਂ ਤੁਸੀਂ ਵੱਖ-ਵੱਖ ਮੁੱਖ ਮੰਤਰੀਆਂ ਨੂੰ ਬੜਾ ਜਿੱਚ ਕੀਤਾ ਪ੍ਰੈਸ ਕਾਨਫਰੰਸਾਂ ਦੇ ਵਿੱਚ ਤੇ ਉਹਨਾਂ ਲਈ ਬੜੀਆਂ ਐਂਬੈਰਸਿੰਗ ਸਥਿਤੀਆਂ ਖੜੀਆਂ ਕੀਤੀਆਂ ਨੇ। ਮੈਨੂੰ ਅੱਜ ਵੀ ਯਾਦ ਹੈ ਚੀਫ ਮਿਨਿਸਟਰ ਉਸ ਵੇਲੇ ਦੇ ਕੈਪਟਨ ਅਮਰਿੰਦਰ ਸਿੰਘ ਦਾ ਉਹ ਚਿਹਰਾ, ਜਿਸ ਵੇਲੇ ਉਹਨਾਂ ਨੇ ਤੁਹਾਨੂੰ ਪੁੱਛਿਆ, ਤੁਸੀਂ ਉਹਨਾਂ ਨੂੰ ਸਵਾਲ ਪੁੱਛਿਆ ਤੇ ਤੁਸੀਂ ਕਿਹਾ ਤੁਹਾਡੇ ਮੈਨੀਫੈਸਟੋ 'ਚ ਲਿਖਿਆ, ਉਹਨਾਂ ਨੇ ਕਿਹਾ ਸਾਡੇ ਮੈਨੀਫੈਸਟੋ 'ਚ ਨਹੀਂ ਲਿਖਿਆ। ਤੁਸੀਂ ਕਿਹਾ ਜੀ ਲਿਖਿਆ, ਉਹਨਾਂ ਨੇ ਕਿਹਾ ਜੀ ਤੁਸੀਂ ਮੈਨੀਫੈਸਟੋ ਪੜ੍ਹਿਆ? ਮੈਨੂੰ ਤੁਹਾਡਾ ਜਵਾਬ ਹੀ ਨਹੀਂ ਭੁੱਲਦਾ। ਤੁਸੀਂ ਕਿਹਾ ਜੀ ਬਾਹਰ ਸਕੂਟਰ ਦੀ ਡਿੱਕੀ 'ਚ ਪਿਆ ਲਿਆਵਾਂ। ਮੈਨੂੰ ਲੱਗਦਾ ਹੈ ਉਹ ਚੀਫ ਮਿਨਿਸਟਰ ਲਈ ਮੋਸਟ ਐਂਬੈਰਸਿੰਗ ਮੂਮੈਂਟ ਸੀ। ਮੈਂ ਤੁਹਾਨੂੰ ਬੜੇ CMs ਨੂੰ, ਬੜੇ ਮਿਨਿਸਟਰਾਂ ਨੂੰ ਜਿੱਚ ਕਰਦਿਆਂ ਦੇਖਿਆ। ਮੈਂ ਸਿਰਫ ਇੱਕ ਛੋਟੀ ਜਿਹੀ ਦਾਸਤਾਨ ਦੋ ਵਾਕਾਂ ਵਿੱਚ ਦੱਸ ਦੇਣੀ ਚਾਹੁੰਦਾ ਕਿ ਇਮਰਾਨ ਖਾਨ ਦੇ ਗੋਲੀਆਂ ਮਾਰੀਆਂ ਆ ਹੁਣੇ, ਤੇ ਜਿਹੜੇ ਬੰਦੇ ਨੇ ਗੋਲੀ ਮਾਰੀ ਨਵੀਦ, ਉਹਨੂੰ ਇਮੀਡੀਏਟਲੀ ਫੜ ਕੇ DPO ਜਿਹੜਾ ਡਿਸਟ੍ਰਿਕਟ ਪੁਲਿਸ ਅਫਸਰ ਹੁੰਦਾ ਉਹਦੇ ਕਮਰੇ ਦੇ ਅੰਦਰ ਲਿਜਾਇਆ ਗਿਆ। 5 ਮਿੰਟਾਂ ਬਾਅਦ ਉਹ ਅੰਦਰ ਕੀ ਕਹਿ ਰਿਹਾ ਉਹਦੀ ਵੀਡੀਓ ਪਾਕਿਸਤਾਨ ਦੇ TV ਤੇ ਚੱਲਣੀ ਸ਼ੁਰੂ ਹੋ ਗਈ। ਲੋਕਾਂ ਨੇ ਰੋਲਾ ਪਾ ਦਿੱਤਾ ਸਰਕਾਰ ਤੋਂ ਕਿ ਤੁਸੀਂ ਹੁਣੇ ਮੁਲਜ਼ਮ ਫੜਿਆ, ਉਹ 5 ਮਿੰਟਾਂ 'ਚ ਵੀਡੀਓ ਉੱਥੇ ਚੱਲਣੀ ਸ਼ੁਰੂ ਹੋ ਗਈ, ਅਜੇ ਤਾਂ ਕਮਰੇ ਦੇ ਅੰਦਰ ਹੈ। ਉਹਨਾਂ ਨੇ ਕਿਹਾ DPO ਸਾਹਿਬ ਇਹ ਕਿੱਦਾਂ ਹੋ ਗਿਆ? DPO ਸਾਹਿਬ ਕਹਿੰਦੇ ਜੀ ਮੈਂ ਤਫਤੀਸ਼ ਕਰ ਰਿਹਾ, ਇਨਕੁਆਇਰੀ ਹੋਏਗੀ, ਮੈਂ ਸਾਰਿਆਂ ਦੇ ਟੈਲੀਫੋਨ ਜ਼ਬਤ ਕਰ ਲਏ ਨੇ। ਬਾਅਦ ਵਿੱਚ ਇੱਕ ਹੋਰ ਵੀਡੀਓ ਆ ਗਈ ਹੈ, ਉਹਦੇ 'ਚ DPO ਸਾਹਿਬ ਆਪਣਾ ਫੋਨ ਦੇ ਰਹੇ ਨੇ ਕਿ ਇਹਦੇ ਤੇ ਰਿਕਾਰਡ ਕਰ। ਹੁਣ ਉਹਨਾਂ ਨੇ ਪੁੱਛਿਆ DPO ਸਾਹਿਬ ਤੁਸੀਂ ਤਾਂ ਕਰ ਰਹੇ ਸੀ ਜ਼ਬਤ ਫੋਨ, ਇਹ ਆਪਣਾ ਫੋਨ ਜ਼ਬਤ ਨਹੀਂ ਸੀ ਕੀਤਾ? ਉਹ ਕਹਿੰਦੇ ਇੱਕ ਹੋਰ ਇਨਕੁਆਇਰੀ ਹੋ ਜਾਏਗੀ। ਅੱਜ ਵੀ DPO ਉੱਥੇ ਦਾ ਉੱਥੇ ਹੀ ਆ ਗੁਜਰਾਤ ਦਾ। ਇਮਰਾਨ ਖਾਨ ਦੀ FIR ਅੱਜ ਵੀ ਲੌਜ ਨਹੀਂ ਹੋ ਰਹੀ। ਇਮਰਾਨ ਖਾਨ ਦੀ ਪਾਰਟੀ ਦਾ ਹੀ ਬੰਦਾ, ਉਹਨਾਂ ਦਾ ਇਤਿਹਾਦੀ ਪਰਵੇਜ਼ ਇਲਾਹੀ ਉੱਥੇ ਚੀਫ ਮਿਨਿਸਟਰ ਹੈ। ਸੋ ਜਿਸ ਵੇਲੇ ਬਿਊਰੋਕ੍ਰੇਸੀ ਤੇ ਪੁਲਿਸ ਆਪਸ ਵਿੱਚ ਰਲ ਜਾਂਦੀ ਹੈ ਤਾਂ ਬਹੁਤ ਸਾਡੇ ਸક્ષਮ ਸਿਆਸਤਦਾਨਾਂ ਦਾ ਵੀ ਵਾਹ ਨਹੀਂ ਚੱਲਦਾ। ਜੇ ਸਾਡੇ ਸਿਆਸਤਦਾਨ ਵੀ ਇਹਨਾਂ ਦੇ ਨਾਲ ਰਲਣਗੇ, ਜੇ ਰੈਜ਼ਿਸਟੈਂਸ ਦੀ ਫੋਰਸ ਨਹੀਂ ਬਣਨਗੇ, ਇੱਕ ਗੱਲ ਯਾਦ ਰੱਖੋ, ਤੁਹਾਡਾ ਸਿਆਸਤਦਾਨ ਫੇਰ ਵੀ ਹਰ 25 ਸਾਲੀ ਤੇ ਅੱਜ ਕੱਲ ਦੀ ਦੁਨੀਆ ਦੇ ਵਿੱਚ ਤਾਂ ਹਰ ਰੋਜ਼ ਤੁਹਾਨੂੰ ਅਕਾਊਂਟੇਬਲ ਹੈ।
ਤੁਸੀਂ ਉਹਨੂੰ ਸੋਸ਼ਲ ਮੀਡੀਆ ਤੇ ਘੇਰਦੇ ਹੋ, ਤੁਸੀਂ ਉਹਨੂੰ ਗਲੀਆਂ ਬਾਜ਼ਾਰਾਂ ਵਿੱਚ ਘੇਰਦੇ ਹੋ, ਤੁਸੀਂ ਵੋਟ ਮੰਗਣ ਆਏ ਨੂੰ ਘੇਰਨਾ ਹੈ। ਸੋ ਤੁਹਾਡਾ ਬਿਊਰੋਕਰੇਟ ਕਿਸ ਨੂੰ ਅਕਾਊਂਟੇਬਲ ਹੈ, ਉਹਦੀ ਅਕਾਊਂਟੇਬਿਲਟੀ ਫਿਕਸ ਕਰਨ ਲਈ ਇੰਡੀਅਨ ਐਕਸਪ੍ਰੈਸ ਦੇ ਪਹਿਲੇ ਐਡੀਟਰ ਸਨ ਕੇ ਸੰਤਨਮ। 1932 ਤੋਂ 1940 ਏਆਈਸੀਸੀ ਦੇ ਮੈਂਬਰ ਰਹੇ, ਫਰੀडम फाइटर ਰਹੇ। ਪਹਿਲੀ ਵਾਰ ਹਿੰਦੁਸਤਾਨ ਸਰਕਾਰ ਦੇ ਵਿੱਚ ਕੋਈ ਕਮਿਸ਼ਨ ਬਣਿਆ ਸੀ ਪ੍ਰੀਵੈਂਸ਼ਨ ਆਫ ਕਰਪਸ਼ਨ ਦੇ ਅਗੇਂਸਟ, ਉਹਦਾ ਨਾਮ ਹੈ ਕੇ ਸੰਤਨਮ ਕਮੇਟੀ ਔਨ ਪ੍ਰੀਵੈਂਸ਼ਨ ਆਫ ਕਰਪਸ਼ਨ। 1962 ਦੀ ਉਹਦੀ ਰਿਪੋਰਟ ਹੈ। 1980 ਦੇ ਵਿੱਚ ਉਹ ਜਾ ਗੁਜ਼ਰੇ ਨੇ। ਜਾਣ ਤੋਂ ਪਹਿਲਾਂ ਜਿਹੜੀ ਮੇਰੀ ਉਹਨਾਂ ਨਾਲ ਮੁਲਾਕਾਤ ਬੱਚੇ ਦੇ ਤੌਰ ਤੇ 7ਵੀਂ ਕਲਾਸ ਸੀਗਾ ਜਦੋਂ ਮੈਂ ਉਹਨਾਂ ਨੂੰ ਮਿਲਿਆ ਸੀਗਾ। ਮਦਰਾਸ ਨੂੰ ਬਿਲੋਂਗ ਕਰਦੇ ਸੀ, ਤਾਮਿਲਨਾਡੂ ਤੋਂ, ਉਸ ਵੇਲੇ ਮਦਰਾਸ ਹੀ ਹੁੰਦਾ ਸੀ। ਉਹਨਾਂ ਨੇ ਕਿਹਾ ਸੀ ਮੈਨੂੰ, ਉਹ ਬੜੀ ਮਾੜੀ ਉਹਨਾਂ ਦੀ ਹੁੰਦੀ ਸੀ ਕਿ ਇਸ ਪੇ ਇੱਕ ਕਦਮ ਇਹ ਦੇਸ਼ ਆਗੇ ਨਹੀਂ ਚਲਾ। ਮੈਨੂੰ ਲੱਗਦਾ ਹੈ ਕਿ ਸੰਤਾਨਮ ਦੀ ਜੀ ਰੂਹ ਅੱਜ ਵੀ ਦੇਖਦੀ ਹੈ। ਅਸੀਂ ਉਸ ਤੋਂ ਬਾਅਦ ਕਿੰਨੇ ਕਮਿਸ਼ਨ ਦੇਖ ਰਹੇ ਨੇ ਪ੍ਰੀਵੈਂਸ਼ਨ ਆਫ ਕਰਪਸ਼ਨ ਵਾਲੇ। ਇਹ ਯਾਦ ਰਹੇ, ਇਹ ਜਿਹੜਾ ਸੀਵੀਸੀ ਹੈ, ਸੈਂਟਰਲ ਵਿਜੀਲੈਂਸ ਕਮਿਸ਼ਨ, ਇੱਕ ਕੇ ਸੰਤਾਨਮ ਕਮੇਟੀ ਦੀ ਰਿਪੋਰਟ ਦੀ ਹੀ ਰਿਜ਼ਲਟ ਸੀਗਾ। ਉਹਦੇ ਰਿਜ਼ਲਟ ਦੇ ਵਿੱਚ ਸੀਵੀਸੀ ਬਣਿਆ ਸੀਗਾ। ਤੇ ਇਹ ਸੀਵੀਸੀ ਬਣੇ ਰਹਿਣਗੇ, ਇਹ ਵਿਜੀਲੈਂਸ ਬਿਊਰੋ ਇਦਾਂ ਬਣੀਆਂ ਰਹਿਣਗੀਆਂ। ਤੇ ਵਿਜੀਲੈਂਸ ਬਿਊਰੋ ਦੇ ਆਪਣੇ ਉੱਤੇ ਬੜੇ ਸ਼ੱਕ ਦੇ ਘੇਰੇ ਨੇ, ਬੜੇ ਸ਼ੱਕ ਦੇ ਬੱਦਲ ਨੇ। ਸੋ ਜਿਨ੍ਹਾਂ ਨੇ ਕਰਪਸ਼ਨ ਨੂੰ ਰੋਕਣਾ ਹੈ ਉਹ ਆਪ ਇਹਨਾਂ ਕਰਪਸ਼ਨ ਦੇ ਦਾਇਰਿਆਂ ਦੇ ਵਿੱਚ ਨੇ। ਅਸੀਂ ਬੜੇ ਮਾੜੇ ਸਮਿਆਂ ਵਿੱਚ ਰਹਿ ਰਹੇ ਹਾਂ। ਪੰਜਾਬ ਦੇ ਲੋਕਾਂ ਨੂੰ ਇਹਦੇ ਬਾਰੇ ਬਹੁਤ ਸੈਂਸਿਟਿਵ ਹੋਣ ਦੀ ਜ਼ਰੂਰਤ ਹੈ। ਮਾਮਲਾ ਸਲੋਗਨੇਰਿੰਗ ਨਾਲ ਨਹੀਂ ਹੱਲ ਹੋਏਗਾ। ਇਹ ਚੋਰ, ਉਹ ਚੋਰ, ਇਹ ਚੋਰ। ਚੋਰਾਂ ਦੇ ਜੁੱਟ ਆਪਸ ਵਿੱਚ ਬੜੇ ਸਟਰੋਂਗ ਬਣੇ ਹੋਏ ਨੇ, ਅਕ੍ਰੋਸ ਪੋਲੀਟੀਕਲ ਪਾਰਟੀਜ਼, ਅਕ੍ਰੋਸ ਬਿਊਰੋਕ੍ਰੇਸੀ, ਅਕ੍ਰੋਸ ਪੁਲਿਸ ਸਿਸਟਮਸ, ਅਕ੍ਰੋਸ ਗੈਂਗਸਟਰਸ। ਹੁਣ ਸਾਰੇ ਜਿਨ੍ਹਾਂ ਨੇ ਨਿਜ਼ਾਮ ਚਲਾਉਣਾ ਸੀ ਉਹ ਇੱਕ ਪਾਸੇ ਨੇ ਤੇ ਲੋਕ ਦੂਸਰੇ ਪਾਸੇ ਨੇ। ਇਹ ਮੁਹਾਜ਼ ਬੜਾ ਖਤਰਨਾਕ ਬਣਦਾ ਜਾ ਰਿਹਾ ਹੈ। ਜੇ ਇਹਦੇ ਵਿੱਚੋਂ ਬਿਊਰੋਕਰੇਟਾਂ ਦੇ ਘਰੋਂ ਸੋਨੇ ਦੀਆਂ ਇੱਟਾਂ ਮਿਲਣਗੀਆਂ ਜਾਂ ਉਹਨਾਂ ਦੇ ਪਲਾਟਾਂ ਬਾਰੇ ਇਹ ਜ਼ਿਕਰ ਹੋਣਗੇ। ਇਹ ਪਲਾਟਾਂ ਹੋਰਾਂ ਦਾ ਵੀ ਬੜਿਆਂ ਦਾ ਜ਼ਿਕਰ ਹੈ। ਅਤੁਲ ਨੰਦਾ ਹੋਰਾਂ ਨੇ ਇੱਕ ਇੰਡਸਟਰੀਅਲ ਪਲਾਟ ਦੇ ਬਾਰੇ ਇਸ ਲਿਖ ਕੇ ਦਿੱਤਾ ਕਿ ਇੰਨੇ ਕਰੋੜ ਦਾ ਘਾਟਾ ਪਿਆ। ਇਹ ਉਹ ਇੰਡਸਟਰੀਅਲ ਪਲਾਟ ਨਹੀਂ ਆ ਬਾਏ ਦਾ ਵੇ, ਹੈ ਨਾ, ਇਹ ਡਿਫਰੈਂਟ। ਉਹਦੇ ਚ ਵਿਸ਼ਾਲ ਅਰੋੜਾ ਜੀ ਦਾ ਨਾਮ ਸੀਗਾ ਤੇ ਉਹਦੇ ਚ ਫਿਰ ਹੁਣ ਅਤੁਲ ਨੰਦਾ ਦੇ ਖਿਲਾਫ ਸਟ੍ਰਾਈਕ ਕਰਨੀ ਸੀਗੀ, ਫਿਰ ਏਜੀ ਦੇ ਖਿਲਾਫ ਸਟ੍ਰਾਈਕ ਕਰਨਗੇ। ਮਤਲਬ ਅਸੀਂ ਸਾਰੇ ਜੱਜਾਂ ਨੂੰ ਇੱਥੇ ਸਟ੍ਰਾਈਕ ਕਰਦਿਆਂ ਦੇਖਿਆ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਰੇ ਜੱਜ ਛੁੱਟੀ ਤੇ ਚਲੇ ਗਏ ਸਨ, ਸਟ੍ਰਾਈਕ ਤੇ ਚਲੇ ਗਏ ਸਨ। ਔਰ ਉਹ ਬੜਾ ਸ਼ਰਮਨਾਕ ਵਾਕਿਆ ਹੈ ਇਸ ਦੇਸ਼ ਦੀ ਜੁਡੀਸ਼ਰੀ ਦੇ ਇਤਿਹਾਸ ਦੇ ਵਿੱਚ। ਔਰ ਅਸੀਂ ਜਦੋਂ ਤੱਕ ਲੋਕ once you are on to it, ਇੱਕ ਵਾਰੀ ਤੁਹਾਨੂੰ ਪਤਾ ਲੱਗ ਗਿਆ ਕਿ ਇੱਥੇ ਚੋਰ ਮੋਰੀਆਂ ਨੇ, ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ। ਪੱਤਰਕਾਰਾਂ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਕਿਉਂਕਿ ਉਹ ਮੀਡੀਅਮ ਨੇ ਇਸ ਵੇਲੇ। ਔਰ ਜੇ ਕੋਈ ਪੱਤਰਕਾਰ ਨੂੰ ਇਹ ਪਤਾ ਲੱਗਦਾ ਕਿ ਅੰਦਰ ਬਿਊਰੋਕਰੇਟ ਜ਼ਾਰ ਰੋਏ ਨੇ ਤਾਂ ਇਹਦੀਆਂ ਹੋਰ ਡਿਟੇਲਸ ਵੀ ਆਉਣੀਆਂ ਚਾਹੀਦੀਆਂ ਨੇ। ਮੈਂ ਬਿਊਰੋਕਰੇਟਸ ਦੇ ਕਰਪਸ਼ਨ ਵਿੱਚ ਫਸਿਆਂ ਬਾਰੇ ਜਿਹੜੇ ਇੰਨਾ ਸੈਂਸਿਟਿਵ ਰਿਐਕਸ਼ਨ ਹੈ ਉਹਦੇ ਨਾਲ ਮੇਰਾ ਮਨ ਬੜਾ ਪਸੀਜਿਆ ਹੈ। ਮੈਂ ਹੋਰਾਂ ਬਾਰੇ ਵੀ ਜਾਣਨਾ ਚਾਹੁੰਦਾ ਕਿ ਹੋਰ ਕੌਣ ਜ਼ਾਰ ਰੋਇਆ। ਮੈਨੂੰ ਤੇ ਆਪ ਇਹਨਾਂ ਬਿਊਰੋਕਰੇਟਸ ਦੀ ਇਮਾਨਦਾਰੀ ਦੇ ਉੱਤੇ ਮੈਂ ਆਪ ਬੜੇ ਹੰਝੂ ਵਹਾਏ ਨੇ। ਮੇਰੀ ਉਹਨਾਂ ਨਾਲ ਬਕਾਇਦਾ ਹਮਦਰਦੀ ਹੈ। ਘਰ ਜਾ ਕੇ ਵੀ ਪੁੱਛਣਾ ਚਾਹੀਦਾ। ਹੋ ਸਕਦਾ ਘਰ ਵੀ ਵਿਚਾਰੇ ਬਹੁਤ ਨਹੀਂ ਸਾਥੋਂ ਨਹੀਂ ਜਾਣਾ ਚਾਹੀਦਾ, ਲੋਕਾਂ ਨੂੰ ਜੱਥੇ ਬਣਾ ਕੇ ਜਾਣਾ ਚਾਹੀਦਾ। ਬਿਲਕੁਲ। ਔਰ ਅਸੀਂ ਦੋਨੋਂ ਇੱਕ ਸੀਨੀਅਰ ਬਿਊਰੋਕਰੇਟ ਨੂੰ ਜਾਣਦੇ ਹਾਂ ਜਿਹੜੇ ਨਾਰਮਲੀ ਕਹਿੰਦੇ, ਜਿਵੇਂ ਤੁਸੀਂ ਕਮਿਸ਼ਨ ਕਮੇਟੀਆਂ ਦੇ ਕਿਹਾ, ਕਮੇਟੀ ਦਾ ਮਤਲਬ ਕੰਮ ਮਿੱਟੀ ਹੈ ਨਾ। ਕਮਿਸ਼ਨ ਜਿਹੜੀਆਂ ਮਤਲਬ ਬਣਾਉਣ ਦਾ ਮਤਲਬ ਹੈਗਾ ਟਾਰ ਦੋ ਕੰਮ ਮਿੱਟੀ ਹੈ, ਕੰਮ ਕੋਈ ਨਹੀਂ ਕਰਨਾ, ਫੈਸਲੇ ਕਰਨ ਦੀ ਲੋੜ ਨਹੀਂ, ਕੰਮ ਨਾ ਕਰਨਾ ਹੋਵੇ ਤਾਂ ਕਮੇਟੀ ਬਣਾ। ਹਾਲਾਂਕਿ ਸਾਡੇ ਹੋ ਗਿਆ ਨਾ, ਕਮਿਸ਼ਨ ਕਮੇਟੀਆਂ ਬਣਾਉਣੀਆਂ ਹੀ ਹੁੰਦੀਆਂ ਨੇ ਆਪਾਂ ਨੂੰ ਸੋਚਣ ਦੇ ਲਈ, ਉਹ ਇੰਪੋਰਟੈਂਟ ਚੀਜ਼ ਹੈ। ਮਤਲਬ ਸਾਡੇ ਅਰਥਾਂ ਦੇ ਅਨਰਥ ਹੋ ਗਏ ਨੇ ਜਿਹੜੀ ਚੀਜ਼ 'ਚ ਅਸੀਂ ਕੰਮ ਨਹੀਂ ਕਰਦੇ। ਔਰ ਇਸੇ ਕਰਕੇ ਮਾਮਲਾ ਕੇਵਲ ਦੋ ਬਿਊਰੋਕਰੇਟਾਂ ਦਾ, ਇੱਕ ਬਿਊਰੋਕਰੇਟ ਦਾ ਜਾਂ ਮਾਸ ਲੀਵ ਲੈਣ ਦਾ ਤੱਕ ਸੀਮਤ ਨਹੀਂ ਹੈ। ਇਹ ਮਾਮਲਾ ਉਦੋਂ ਬੈਕਗਰਾਉਂਡ 'ਚ ਜਾ ਕੇ ਵੀ ਕਿਤੇ ਉਹਦੀ ਬੁਨਿਆਦ ਦੇ ਵਿੱਚ ਵੀ ਤਬਦੀਲੀ ਦੀ ਲੋੜ ਹੈ। ਡੈਮੋਕ੍ਰੇਸੀ ਦੇ ਵਿੱਚ ਸਾਡਾ ਮਾਈਂਡਸੈਟ ਆਪਣਾ ਡੈਮੋਕ੍ਰੇਟਿਕ ਬਣਾਉਣਾ ਤੇ ਢਾਂਚੇ ਨੂੰ, ਸਟਰਕਚਰ ਨੂੰ ਡੈਮੋਕ੍ਰੇਟਿਕ ਬਣਾਉਣਾ, ਉਹਦੇ ਵਿੱਚ ਵੱਡੀਆਂ ਤਬਦੀਲੀਆਂ ਦੀ ਵੀ ਡਿਬੇਟ ਸ਼ੁਰੂ ਹੋਏਗੀ। ਜਾਂ ਡਿਬੇਟ ਇੱਥੇ ਖਤਮ ਕਰ ਦੇਣੀ ਆ ਜਾ ਕੇ, ਇੱਕ ਦਿਨ ਕੋਈ ਫੜ ਲਿਆ, ਇੱਕ ਦਿਨ ਕੋਈ ਛੱਡ ਲਿਆ। ਮੈਨੂੰ ਤਾਂ ਲੱਗਦਾ ਅਗਲੇ ਹੀ ਦਿਨ ਚੀਫ ਸੈਕਟਰੀ ਸਾਹਿਬ ਉਹ ਦੇਣ ਲੱਗੇ ਨੇ ਰਿਪੋਰਟ ਚੀਫ ਮਿਨਿਸਟਰ ਨੂੰ, ਮਸਲਾ ਰਿਜ਼ੋਲਵ ਹੋ ਜਾਣਾ। ਉਹ ਮਸਲਾ ਰਿਜ਼ੋਲਵ ਥੋੜੇ ਜਿਹੇ ਕਰੋੜਾਂ ਦਾ ਮਸਲਾ ਆਪਸ ਵਿੱਚ ਲੈ ਦੇ ਸੋਲਵ ਉਹ ਆਪਸ ਵਿੱਚ ਕਰ ਲੈਣਗੇ। ਇਸੇ ਕਰਕੇ ਮਸਲਾ ਛੋਟਾ ਹੈ। ਇਹਦੇ ਤੇ ਡਿਬੇਟ ਕੰਟੀਨਿਊ ਰੱਖਣ ਦਾ ਕੁਐਸਚਨ ਹੈ। ਉਹਦੇ ਚੋਂ ਲੋਕਾਂ ਦੀ ਪਾਵਰ ਆਏਗੀ, ਉਹਦੇ ਚੋਂ ਲੋਕ ਡੈਮੋਕ੍ਰੇਸੀ ਬਾਰੇ ਇੱਕ ਵੱਡੀਆਂ ਮੂਵਮੈਂਟਾਂ ਦਾ ਇੱਕ ਹਿੱਸਾ ਬਣਨਗੇ ਆਪਸ ਦੇ ਵਿੱਚ, ਤਾਂ ਜਾ ਕੇ ਸ਼ਾਇਦ ਸਾਨੂੰ ਕੁਝ ਹੋਰ ਚੰਗਾ ਪ੍ਰਸ਼ਾਸਨ, ਜਵਾਬਦੇਹ ਪ੍ਰਸ਼ਾਸਨ, ਟਰਾਂਸਪੇਰੈਂਟ ਤਰੀਕੇ ਦੇ ਨਾਲ ਕੋਈ ਫੈਸਲੇ ਹੁੰਦੇ ਦਿਖਾਈ ਦੇਣਗੇ। ਔਰ ਅੱਜ ਅਸੀਂ ਇਹ ਲਗਾਤਾਰ ਇਹੋ ਜਿਹੀਆਂ ਬਹਿਸਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ। ਅੱਜ ਇਹਨੂੰ ਵਿਰਾਮ ਦਿੰਦੇ ਹਾਂ। ਤੁਸੀਂ ਦੇਖਦੇ ਰਹੋ ਪੰਜਾਬ ਟੈਲੀਵਿਜ਼ਨ।